ਬੈਕ ਸਟੂਡੈਂਟਸ। ਅੱਜ ਅਸੀਂ ਆਪਣੇ ਸਿਲੇਬਸ ਦੇ ਚੈਪਟਰ ਦਾ ਅਰਥ ਇਜ਼ ਨੋਟ ਆਸ ਦੇ ਕੁਝ ਕੁਐਸਚਨ ਆਨਸਰਸ ਅਤੇ ਕੁਝ ਉਸ ਦੀਆਂ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਡਿਸਕਸ ਕਰਾਂਗੇ। ਤਾਂ ਸਟੂਡੈਂਟ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਮੇਰਾ ਇਸ ਚੈਪਟਰ ਦਾ ਬਣਾਇਆ ਹੋਇਆ ਵੀਡੀਓ, ਜਿਸ ਵਿੱਚ ਦਾ ਅਰਥ ਇਜ਼ ਨੋਟ ਆਸ ਦੀ ਫੁੱਲ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਮੈਂ ਸਮਝਾਈ ਹੈ, ਤਾਂ ਉਹ ਤੁਸੀਂ ਜ਼ਰੂਰ ਦੇਖੋ। ਮੈਂ ਉਸ ਦਾ ਲਿੰਕ ਉੱਪਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ, ਕਿਉਂਕਿ ਜੇਕਰ ਤੁਹਾਨੂੰ ਚੈਪਟਰ ਪੂਰੀ ਤਰ੍ਹਾਂ ਕਲੀਅਰ ਹੋਏਗਾ ਤਾਂ ਹੀ ਤੁਸੀਂ ਇਸ ਦੀਆਂ ਐਕਸਰਸਾਈਜ਼ਸ ਅਤੇ ਇਸ ਦੇ ਜੋ ਕੁਐਸਚਨ ਆਨਸਰਸ ਨੇ ਉਹ ਸਮਝ ਪਾਓਗੇ। ਤਾਂ ਇੱਕ ਵਾਰੀ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ, ਤਾਂ ਹੀ ਇਹਨਾਂ ਐਕਸਰਸਾਈਜ਼ਸ ਨੂੰ ਤੁਸੀਂ ਸੁਣੋ। ਪਰ ਜਿਹੜੇ ਸਟੂਡੈਂਟਸ ਨੇ ਮੇਰਾ ਇਹ ਵੀਡੀਓ ਦੇਖਿਆ ਹੋਇਆ ਹੈ, ਉਹ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ ਹਨ। ਤਾਂ ਜਿਸ ਤਰ੍ਹਾਂ ਬੱਚਿਓ ਤੁਸੀਂ ਦੇਖ ਰਹੇ ਹੋ ਕਿ ਤੁਹਾਡੀ ਸਕਰੀਨ ਦੇ ਉੱਪਰ ਦਾ ਅਰਥ ਇਜ਼ ਨੋਟ ਆਸ ਦੇ ਸ਼ੋਰਟ ਆਨਸਰ ਟਾਈਪ ਕੁਐਸਚਨਸ ਦਿੱਤੇ ਹੋਏ ਨੇ, ਜੋ ਕਿ ਟੋਟਲ 12 ਕੁਐਸਚਨਸ ਨੇ, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਅਸੀਂ ਅੱਜ ਵਾਲੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ 12 ਸ਼ੋਰਟ ਆਨਸਰ ਟਾਈਪ ਕੁਐਸਚਨਸ ਆਨਸਰਸ ਨੂੰ ਡਿਸਕਸ ਕਰਾਂਗੇ। ਤਾਂ ਮੈਂ ਇਸ ਦੀ ਇੱਕ ਫਾਈਲ ਤਿਆਰ ਕੀਤੀ ਹੈ, ਤਾਂ ਅਸੀਂ ਉਸ ਫਾਈਲ ਨੂੰ ਦੇਖਦੇ ਹਾਂ। ਤਾਂ ਸਟੂਡੈਂਟਸ, ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਤੁਹਾਡੇ ਸਾਹਮਣੇ ਕੁਝ ਕੁਐਸਚਨਸ ਵਿਦ ਆਨਸਰਸ ਮੈਂ ਬਣਾਏ ਨੇ ਆਪ, ਤਾਂ ਕਿ ਤੁਹਾਨੂੰ ਮੈਂ ਈਜ਼ੀ ਲੈਂਗੁਏਜ ਦੇ ਵਿੱਚ ਕਵਰ ਕਰਵਾ ਸਕਾਂ, ਤਾਂ ਕਿ ਤੁਹਾਨੂੰ ਆਪਣੇ ਐਗਜ਼ਾਮ ਦੇ ਵਿੱਚ ਇਹਨਾਂ ਨੂੰ ਯਾਦ ਕਰਨ ਦੇ ਵਿੱਚ ਤੇ ਸਮਝਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਫਸਟ ਕੁਐਸਚਨ, what is the meaning of globalization? ਸਟੂਡੈਂਟਸ, ਚੈਪਟਰ ਦੇ ਸ਼ੁਰੂ ਵਿੱਚ ਕੋਫੀ ਅਨਾਨ ਦਾ ਅਰਥ ਇਜ਼ ਨੋਟ ਆਸ ਦੇ ਵਿੱਚ ਗਲੋਬਲਾਈਜੇਸ਼ਨ ਬਾਰੇ ਦੱਸਦੇ ਨੇ। ਕੁਐਸਚਨ ਵੀ ਇਹੀ ਹੈ ਕਿ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੈ। ਗਲੋਬਲਾਈਜੇਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਸ਼ਵੀਕਰਨ ਕਹਿੰਦੇ ਹਾਂ। ਤਾਂ ਅਸੀਂ ਆਨਸਰ ਇਸ ਦਾ ਲਿਖਾਂਗੇ, The globalization means that we live in a world which is interconnected. ਗਲੋਬਲਾਈਜੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਅਜਿਹੇ ਸੰਸਾਰ ਦੇ ਵਿੱਚ ਰਹਿੰਦੇ ਹਾਂ ਜੋ ਕਿ ਇੰਟਰਕਨੈਕਟਡ ਹੈ। ਇੰਟਰਕਨੈਕਟਡ ਦਾ ਮਤਲਬ ਆਪਸ ਵਿੱਚ ਜੁੜਿਆ ਹੋਇਆ ਹੈ। ਤਾਂ ਸਟੂਡੈਂਟਸ, ਤੁਸੀਂ ਆਪਣੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਬੈਠੇ ਸੰਸਾਰ ਦੇ ਕਿਸੇ ਵੀ ਕੋਨੇ ਤੇ ਗੱਲ ਕਰ ਸਕਦੇ ਹੋ, ਮੋਬਾਈਲ ਦੇ ਜ਼ਰੀਏ ਜਾਂ ਆਪਣੇ ਕੰਪਿਊਟਰ ਦੇ ਜ਼ਰੀਏ। ਤਾਂ ਇਸ ਨੂੰ ਹੀ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਹਾਂ ਕਿ ਸੰਸਾਰ ਆਪਸ 'ਚ ਕਿੰਨਾ ਜ਼ਿਆਦਾ ਇੰਟਰਕਨੈਕਟ ਹੋ ਚੁੱਕਿਆ ਹੈ। The people interact with one another directly today. ਅੱਜ ਕੱਲ੍ਹ ਜੋ ਲੋਕ ਨੇ ਉਹ ਇੰਟਰੈਕਟ ਕਰਦੇ ਨੇ। ਇੰਟਰੈਕਟ ਦਾ ਮਤਲਬ ਗੱਲਬਾਤ ਕਰਦੇ ਨੇ, ਇੱਕ ਦੂਜੇ ਦੇ ਨਾਲ ਸਾਂਝ ਰੱਖਦੇ ਨੇ। ਵਿਦ ਵਨ ਅਨਦਰ, ਇੱਕ ਦੂਸਰੇ ਦੇ ਨਾਲ ਡਾਇਰੈਕਟਲੀ। ਡਾਇਰੈਕਟਲੀ ਦਾ ਮਤਲਬ ਬੱਚਿਓ ਇਹ ਹੋਇਆ ਕਿ ਸਪੋਜ਼ ਕਰੋ ਤੁਸੀਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਗੱਲ ਕਰਨੀ ਹੈ ਕਿਸੇ ਦੇ ਨਾਲ, ਤਾਂ ਤੁਹਾਨੂੰ ਉਸ ਗੱਲ ਕਰਨ ਨੂੰ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ ਆਪਣੀ ਸਰਕਾਰ ਵੱਲੋਂ। ਤੁਸੀਂ ਡਾਇਰੈਕਟਲੀ ਉਸ ਨਾਲ ਕੰਟੈਕਟ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਕੋਈ ਫਾਈਲ ਵਰਕ ਜਾਂ ਪੇਪਰ ਵਰਕ ਜਾਂ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਹੈ। ਤਾਂ ਅਸੀਂ ਇੱਕ ਦੂਸਰੇ ਦੇ ਨਾਲ ਸੰਸਾਰ ਦੇ ਵਿੱਚ ਡਾਇਰੈਕਟਲੀ ਤੌਰ ਤੇ ਜੁੜੇ ਹੋਏ ਹਾਂ, ਇੰਟਰਕਨੈਕਟਡ ਹੈ, ਤੇ ਇਹੀ ਗਲੋਬਲਾਈਜੇਸ਼ਨ ਦਾ ਮਤਲਬ ਹੈ। ਸੈਕਿੰਡ ਕੁਐਸਚਨ, what are the dangers of globalization? ਇਸ ਗਲੋਬਲਾਈਜੇਸ਼ਨ ਦੇ ਡੇਂਜਰਸ ਕੀ ਨੇ, ਕੀ ਖਤਰੇ ਨੇ ਸੰਸਾਰ ਨੂੰ? ਤਾਂ ਅਸੀਂ ਚੈਪਟਰ ਦੇ ਵਿੱਚ ਬੱਚਿਓ ਪੜ੍ਹਿਆ ਹੈ ਕਿ there are the dangers of crime, narcotics, terrorism, disease and weapons of globalization. ਗਲੋਬਲਾਈਜੇਸ਼ਨ ਦੇ ਬਹੁਤ ਸਾਰੇ ਖਤਰੇ ਨੇ। ਉਹਨਾਂ ਵਿੱਚੋਂ ਕ੍ਰਾਈਮ, ਜਿਸ ਨੂੰ ਅਸੀਂ ਜੁਰਮ ਕਹਿੰਦੇ ਹਾਂ, ਨਾਰਕੋਟਿਕਸ, ਡਰੱਗਸ ਦਾ ਮਸਲਾ ਆ ਗਿਆ, ਟੈਰਰਿਜ਼ਮ ਅੱਤਵਾਦ ਨੂੰ ਕਿਹਾ ਜਾਂਦਾ ਹੈ, ਡਿਸੀਜ਼ ਬਿਮਾਰੀਆਂ ਨੂੰ ਕਿਹਾ ਜਾਂਦਾ ਹੈ, ਐਂਡ ਵੈਪਨਸ ਹਥਿਆਰਾਂ ਨੂੰ ਕਿਹਾ ਜਾਂਦਾ ਹੈ। ਹੁਣ ਗਲੋਬਲਾਈਜੇਸ਼ਨ ਦੇ ਨਾਲ ਸਾਰੇ ਦੇਸ਼ ਇੱਕ ਦੂਜੇ ਨਾਲ ਜੁੜ ਗਏ। ਲੋਕ ਤਾਂ ਜੁੜੇ ਹੀ ਜੁੜੇ, ਪਰ ਉਹਦੇ ਨਾਲ ਡੇਂਜਰਸ ਵੀ ਜੁੜ ਗਏ। ਮੰਨ ਲਓ ਹੁਣ ਕਿਸੇ ਇੱਕ ਦੇਸ਼ ਦੇ ਵਿੱਚ ਕ੍ਰਾਈਮ ਦਾ ਖਤਰਾ ਹੈ, ਤਾਂ ਉਹ ਕ੍ਰਾਈਮ ਗਲੋਬਲਾਈਜੇਸ਼ਨ ਦੇ ਜ਼ਰੀਏ ਦੂਸਰੇ ਦੇਸ਼ਾਂ 'ਚ ਪਹੁੰਚ ਗਿਆ। ਇਸੇ ਤਰ੍ਹਾਂ ਡਰੱਗਸ ਦਾ ਵਪਾਰ ਕਿੰਨਾ ਵੱਧ ਗਿਆ ਦੇਸ਼ਾਂ ਦੇ ਵਿਚਕਾਰ। ਅੱਤਵਾਦ ਕਿੰਨਾ ਫੈਲ ਰਿਹਾ ਅੱਜ ਕੱਲ੍ਹ, ਤਾਂ ਅਸੀਂ ਦੇਖਦੇ ਹਾਂ, ਇਸ ਦੀਆਂ ਖਬਰਾਂ ਰੋਜ਼ ਪੜ੍ਹਦੇ ਹਾਂ। ਤੇ ਬਿਲਕੁਲ ਲੇਟੈਸਟ ਐਗਜ਼ਾਮਪਲ ਬੱਚਿਓ ਕੋਵਿਡ-19 ਦਾ ਜੋ ਚੱਲਿਆ ਦੌਰ ਕਰੋਨਾ ਦਾ, ਉਹ ਡਿਸੀਜ਼ ਉਹ ਕਿਸ ਤਰ੍ਹਾਂ ਚਾਈਨਾ ਤੋਂ ਹੁੰਦੀ ਹੋਈ ਸਾਰੇ ਸੰਸਾਰ 'ਚ ਫੈਲ ਗਈ। ਇਹ ਕਿਵੇਂ ਫੈਲੀ? ਇਹ ਗਲੋਬਲਾਈਜੇਸ਼ਨ ਦੇ ਕਰਕੇ ਹੀ ਫੈਲੀ। ਅਤੇ ਹਥਿਆਰਾਂ ਦੀ ਦੇਖੋ ਹੋੜ ਲੱਗੀ ਹੋਈ ਹੈ ਸਾਰੇ ਦੇਸ਼ਾਂ ਦੇ ਵਿੱਚ। ਤਾਂ ਇਹ ਸਾਰੇ ਡੇਂਜਰਸ ਕਿਹਦੀ ਦੇਣ ਨੇ? ਗਲੋਬਲਾਈਜੇਸ਼ਨ ਦੀ ਦੇਣ ਨੇ। ਨੈਕਸਟ ਕੁਐਸਚਨ, what are the benefits of globalization? ਤਾਂ ਕੋਫੀ ਅਨਾਨ ਇਸ ਚੈਪਟਰ 'ਚ ਦੱਸਦੇ ਨੇ ਕਿ ਗਲੋਬਲਾਈਜੇਸ਼ਨ ਦੇ ਸਿਰਫ ਡੇਂਜਰਸ ਨਹੀਂ ਹਨ, ਬੈਨੀਫਿਟਸ ਵੀ ਬਹੁਤ ਜ਼ਿਆਦਾ ਨੇ। ਬੈਨੀਫਿਟਸ ਦਾ ਮਤਲਬ ਫਾਇਦੇ, ਲਾਭ। ਤਾਂ ਕੁਐਸਚਨ ਵੀ ਇਹੀ ਹੈ ਕਿ ਗਲੋਬਲਾਈਜੇਸ਼ਨ ਦੇ ਬੈਨੀਫਿਟਸ ਜਾਂ ਲਾਭ ਕਿਹੜੇ-ਕਿਹੜੇ ਨੇ। ਆਨਸਰ ਹੈ, the benefits of globalization are faster growth, higher living standard and new opportunities for people and nations.
ਤਾਂ ਗਲੋਬਲਾਈਜੇਸ਼ਨ ਦੇ ਫਾਇਦੇ ਨੇ ਜੀ, ਸਭ ਤੋਂ ਪਹਿਲਾ ਫਾਇਦਾ ਹੈ ਫਾਸਟਰ ਗਰੋਥ, ਕਿ ਅੱਜ ਕੱਲ੍ਹ ਦੇਖੋ ਕਿੰਨੀ ਤੇਜ਼ੀ ਦੇ ਨਾਲ ਦੇਸ਼ਾਂ ਦੀ ਜੋ ਵਿਕਾਸ ਦਰ ਹੈ ਉਹ ਵੱਧ ਰਹੀ ਹੈ। ਫਾਸਟ ਗਰੋਥ, ਤੇਜ਼ੀ ਦੇ ਨਾਲ ਉਹਨਾਂ ਦਾ ਵਿਕਾਸ ਹੋ ਰਿਹਾ ਹੈ। ਹਾਇਰ ਲਿਵਿੰਗ ਸਟੈਂਡਰਡ, ਲੋਕਾਂ ਦਾ ਜੀਵਨ ਪੱਧਰ ਕਿੰਨਾ ਉੱਚਾ ਹੋ ਗਿਆ। ਅੱਜ ਤੋਂ ਤੁਸੀਂ 100 ਸਾਲ ਪਹਿਲਾਂ ਯਾਦ ਕਰੋ ਬੱਚਿਓ, ਲੋਕ ਕਿਸ ਤਰ੍ਹਾਂ ਦੇ ਰਹਿੰਦੇ ਸੀ, ਕਿਸ ਤਰ੍ਹਾਂ ਦੇ ਮਾਹੌਲ ਜਾਂ ਸ਼ਹਿਰਾਂ ਦੇ ਜਾਂ ਪਿੰਡਾਂ ਦੇ ਮਾਹੌਲਾਂ 'ਚ ਰਹਿੰਦੇ ਸੀ, ਲੇਕਿਨ ਅੱਜ ਕੱਲ੍ਹ ਪਿੰਡ ਬਿਲਕੁਲ ਬਦਲ ਗਏ, ਸ਼ਹਿਰਾਂ ਦੀ ਨੁਹਾਰ ਹੀ ਬਦਲ ਗਈ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਹਾਇਰ ਲਿਵਿੰਗ ਸਟੈਂਡਰਡ ਹੋ ਗਿਆ, ਉਹਨਾਂ ਦਾ ਜੀਵਨ ਪੱਧਰ ਬਹੁਤ ਉੱਚਾ ਹੋ ਗਿਆ। ਅਤੇ ਨਿਊ ਓਪਰਚੁਨਿਟੀਜ਼, ਅਤੇ ਹੋਰ ਬਹੁਤ ਸਾਰੇ ਨਵੇਂ ਮੌਕੇ ਮਿਲੇ ਨੇ, ਕਿਹਨਾਂ ਨੂੰ? ਸਿਰਫ ਲੋਕਾਂ ਨੂੰ ਹੀ ਨਹੀਂ ਮਿਲੇ, ਸਗੋਂ ਰਾਸ਼ਟਰਾਂ ਨੂੰ ਵੀ ਮਿਲੇ ਨੇ। ਇੰਡੀਵਿਜੂਅਲ ਜਾਂ ਵਿਅਕਤੀਗਤ ਤੌਰ ਤੇ ਇਨਸਾਨ ਨੂੰ ਵੀ ਨਵੇਂ ਨਵੇਂ ਮੌਕੇ ਅੱਗੇ ਵਧਣ ਦੇ ਮਿਲੇ ਨੇ। ਤੇ ਇਹ ਸਾਰਾ ਕਿਵੇਂ ਪੋਸੀਬਲ ਹੋਇਆ? ਗਲੋਬਲਾਈਜੇਸ਼ਨ ਕਰਕੇ ਪੋਸੀਬਲ ਹੋਇਆ, ਤੇ ਇਹ ਸਾਰੇ ਇਸ ਦੇ ਬੈਨੀਫਿਟਸ ਹੋ ਗਏ। ਨੈਕਸਟ ਕੁਐਸਚਨ, what is the overarching challenge of our time? ਆਵਰ ਟਾਈਮ ਦਾ ਮਤਲਬ ਸਾਡਾ ਸਮਾਂ, ਜੋ ਅਜੋਕਾ ਸਮਾਂ ਚੱਲ ਰਿਹਾ ਹੈ, ਉਸ ਦਾ ਸਭ ਤੋਂ ਮੁੱਖ ਚੈਲੰਜ ਕਿਹੜਾ? ਓਵਰਆਰਚਿੰਗ ਦਾ ਮਤਲਬ ਹੁੰਦਾ ਬੱਚਿਓ ਸਭ ਤੋਂ ਜ਼ਿਆਦਾ ਵੱਡਾ, ਸਭ ਤੋਂ ਜ਼ਿਆਦਾ ਮੁੱਖ। ਚੈਲੰਜ ਦਾ ਮਤਲਬ ਚੁਣੌਤੀ ਕਿਹੜੀ ਹੈ ਅੱਜ ਕੱਲ੍ਹ ਦੇ ਸਮੇਂ ਦੀ? ਆਨਸਰ ਹੈ ਜੀ, the overarching challenge of our time is to make globalization mean more than bigger markets। ਤਾਂ ਸਭ ਤੋਂ ਵੱਡਾ ਚੈਲੰਜ, ਸਭ ਤੋਂ ਮੁੱਖ ਚੈਲੰਜ ਸਾਡੇ ਸਮੇਂ ਦਾ ਉਹ ਇਹ ਹੈ ਕਿ ਅਸੀਂ ਗਲੋਬਲਾਈਜੇਸ਼ਨ ਨੂੰ ਕੀ ਬਣਾਈਏ? ਅਸੀਂ ਉਸ ਨੂੰ ਬਿਗਰ ਮਾਰਕੀਟਸ, ਜੋ ਅੱਜ ਕੱਲ੍ਹ ਇੱਕ ਵੱਡਾ ਬਾਜ਼ਾਰ ਬਣਿਆ ਹੋਇਆ ਹੈ, ਦੁਨੀਆ ਇੱਕ ਵੱਡਾ ਬਾਜ਼ਾਰ ਬਣ ਗਈ, ਕਹਿੰਦੇ ਬਿਗਰ ਮਾਰਕੀਟ, ਵੱਡਾ ਬਾਜ਼ਾਰ ਬਣ ਗਈ, ਅਸੀਂ ਉਸ ਤੋਂ ਵੱਡਾ ਉਸ ਨੂੰ ਗਲੋਬਲਾਈਜੇਸ਼ਨ ਨੂੰ ਬਣਾਈਏ। ਸਿਰਫ ਗਲੋਬਲਾਈਜੇਸ਼ਨ ਨੂੰ ਅਸੀਂ ਇੱਕ ਬਾਜ਼ਾਰ ਨਾ ਬਣਿਆ ਰਹਿਣ ਦੇਈਏ, ਕਿ ਗਲੋਬਲਾਈਜੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਵਿਸ਼ਵ ਇੱਕ ਮੰਡੀ ਬਣ ਗਿਆ ਜਾਂ ਕਿਸੇ ਇੱਕ ਜਗ੍ਹਾ ਦੇ ਲੋਕ ਮੰਡੀ ਦੇ ਵਾਂਗੂ ਟਰੀਟ ਕੀਤੇ ਜਾਣ। ਨਹੀਂ, ਲੋਕਾਂ ਦੇ ਆਪਣੇ ਜ਼ਰੂਰਤਾਂ ਨੇ, ਉਹਨਾਂ ਦੀਆਂ ਆਪਣੀਆਂ ਲੋੜਾਂ ਨੇ, ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਨੇ, ਤਾਂ ਅਸੀਂ ਉਹਨਾਂ ਮੁਸ਼ਕਲਾਂ ਨੂੰ ਸਮਝੀਏ, ਬਜਾਏ ਕਿ ਅਸੀਂ ਲੋਕਾਂ ਨੂੰ ਇੱਕ ਮੰਡੀ ਦੇ ਤੌਰ ਤੇ ਦੇਖੀਏ ਕਿ ਇਹਨਾਂ ਨੂੰ ਅਸੀਂ ਚੀਜ਼ਾਂ ਵੇਚੀਏ ਤੇ ਲਾਭ ਕਮਾਈਏ। ਅਸੀਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਦੂਰ ਕਰਨ ਦਾ ਉਪਰਾਲਾ ਕਰੀਏ। ਤਾਂ ਇਹ ਇਹਦਾ ਆਨਸਰ ਹੈ, ਗਲੋਬਲਾਈਜੇਸ਼ਨ ਦਾ ਮਤਲਬ ਇਹ ਹੈ, ਇਹੀ ਓਵਰਆਰਚਿੰਗ ਚੈਲੰਜ ਹੈ ਅੱਜ ਦੇ ਸਮੇਂ ਦਾ। ਨੈਕਸਟ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ, ਕਿ ਵਟ ਫੰਡਾਮੈਂਟਲ ਫਰੀडम्स ਡਜ਼ ਦਾ ਆਥਰ ਟਾਕ ਅਬਾਊਟ? ਕਿਹੜੀਆਂ ਫੰਡਾਮੈਂਟਲ ਫਰੀडम्स ਦੀ ਲੇਖਕ ਇਸ ਚੈਪਟਰ ਦੇ ਵਿੱਚ ਗੱਲਬਾਤ ਕਰਦਾ ਹੈ? ਫੰਡਾਮੈਂਟਲ ਮਤਲਬ ਮੁੱਢਲੀਆਂ, ਫਰੀडम्स ਦਾ ਮਤਲਬ ਆਜ਼ਾਦੀ। ਕਿਹੜੀ ਮੁੱਢਲੀਆਂ ਆਜ਼ਾਦੀਆਂ ਦੀ ਇਸ ਚੈਪਟਰ ਦੇ ਵਿੱਚ ਲੇਖਕ ਗੱਲ ਕਰਦਾ ਹੈ? ਤਾਂ ਸਟੂਡੈਂਟਸ, ਜਦੋਂ ਅਸੀਂ ਚੈਪਟਰ ਪੜ੍ਹਿਆ ਸੀ ਤਾਂ ਉਸ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕੋਫੀ ਅਨਾਨ ਇੱਕ ਜਗ੍ਹਾ ਕਹਿੰਦੇ ਨੇ ਕਿ ਜਦੋਂ ਮੈਂ ਸਾਰੇ ਇਸ ਦੁਨੀਆ ਦੇ ਗਲੋਬਲ ਇਸ਼ੂਜ਼ ਨੂੰ ਹੈਡਿੰਗਸ ਦਿੰਦਾ ਹੈ ਤਾਂ ਮੈਨੂੰ ਟੋਟਲ 3 ਹੈਡਿੰਗਸ ਮਿਲਦੇ ਨੇ, ਤਾਂ ਉਹੀ 3 ਹੈਡਿੰਗਸ ਇਹਨਾਂ ਫਰੀडम्स ਵੱਲ ਇਸ਼ਾਰਾ ਕਰਦੇ ਨੇ। ਤਾਂ ਅਸੀਂ ਆਨਸਰ ਇਹ ਲਿਖਾਂਗੇ, ਦਾ ਆਥਰ ਟਾਕਸ ਅਬਾਊਟ 3 ਫੰਡਾਮੈਂਟਲ ਫਰੀडम। 3 ਫੰਡਾਮੈਂਟਲ ਫਰੀडम्स ਦਾ ਆਥਰ ਜ਼ਿਕਰ ਕਰਦਾ ਹੈ ਜੀ। 3 ਫੰਡਾਮੈਂਟਲ ਫਰੀडम्स, ਉਹ ਕਿਹੜੀਆਂ ਕਿਹੜੀਆਂ ਨੇ? ਫਰੀडम ਫਰੋਮ ਵਾਂਟ, ਇੱਥੇ ਆਪਾਂ ਫਰੋਮ ਲਿਖ ਲੈਂਦੇ ਹਾਂ, ਫਰੀडम ਫਰੋਮ ਵਾਂਟ। ਦੂਸਰੀ ਹੈ ਫਰੀडम ਫਰੋਮ ਫੀਅਰ ਐਂਡ ਦਾ ਫਰੀडम ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ देयर ਲਾਈਵਸ ਔਨ ਅਰਥ। ਤਾਂ ਪਹਿਲੀ ਫਰੀडम ਹੈ ਜੀ ਫਰੀडम ਫਰੋਮ ਵਾਂਟ, ਕਮੀ ਤੋਂ ਆਜ਼ਾਦੀ। ਵਾਂਟ ਦਾ ਮਤਲਬ ਇੱਥੇ ਹੈ ਕਿਸੇ ਚੀਜ਼ ਦੀ ਕਮੀ ਹੋਣਾ। ਅਸੀਂ ਇਸ ਦੇ ਬਾਰੇ ਪੂਰਾ ਡਿਸਕਸ ਕੀਤਾ ਚੈਪਟਰ ਦੇ ਵਿੱਚ, ਬੜਾ ਡਿਟੇਲ ਦੇ ਵਿੱਚ ਪੜ੍ਹਿਆ ਹੈ ਕਿ ਇਸ ਦਾ ਮਤਲਬ ਕੀ ਹੈ। ਇਹ ਸਾਡੀ ਪਹਿਲੀ ਫਰੀडम ਹੋ ਗਈ ਜਿਸ ਦੇ ਬਾਰੇ ਆਥਰ ਜ਼ਿਕਰ ਕਰਦਾ ਹੈ। ਦੂਸਰਾ ਉਹ ਜ਼ਿਕਰ ਕਰਦਾ ਜੀ ਫਰੀडम ਫਰੋਮ ਫੀਅਰ, ਕਿ ਡਰ ਤੋਂ ਆਜ਼ਾਦੀ। ਲੋਕਾਂ ਨੂੰ ਕਿਹੜੇ ਡਰ ਤੋਂ ਆਜ਼ਾਦੀ ਚਾਹੀਦੀ ਹੈ, ਤਾਂ ਇਸ ਦੇ ਬਾਰੇ ਵੀ ਪੂਰਾ ਪੈਰਾ ਹੈ, ਅਸੀਂ ਉਸ ਦੇ ਵਿੱਚ ਪੂਰਾ ਡਿਟੇਲਸ ਪੜ੍ਹਿਆ। ਤੇ ਤੀਸਰਾ ਦਾ ਫਰੀडम ਆਫ ਫਿਊਚਰ ਜਨਰੇਸ਼ਨਸ, ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਇਨਸਾਨਾਂ ਦੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਰਹੇ ਕਿ ਉਹ ਆਪਣੀਆਂ ਜ਼ਿੰਦਗੀਆਂ ਇਸ ਪਲੈਨਟ, ਇਸ ਧਰਤੀ ਦੇ ਗ੍ਰਹਿ ਦੇ ਉੱਪਰ ਚੰਗੀ ਤਰ੍ਹਾਂ ਬਿਤਾ ਸਕਣ, ਉਹਨਾਂ ਨੂੰ ਪੂਰੀ ਇਸ ਗੱਲ ਦੀ ਆਜ਼ਾਦੀ ਮਿਲੇ। ਤਾਂ ਇਹ ਤਿੰਨੇ ਫਰੀडम्स ਦਾ ਜ਼ਿਕਰ ਆਥਰ ਆਪਣੇ ਚੈਪਟਰ ਦੇ ਵਿੱਚ ਕਰਦਾ ਹੈ। 6th question, why can't we say that human beings are not yet free and equal? ਕਹਿੰਦੇ ਅਸੀਂ ਇਹ ਕਿਉਂ ਨਹੀਂ ਕਹਿ ਸਕਦੇ, ਵਾਈ ਕਾਂਟ ਵੀ ਸੇ, ਅਸੀਂ ਇਹ ਕਿਉਂ ਨਹੀਂ ਕਹਿ ਸਕਦੇ ਕਿ ਜੋ ਇਨਸਾਨ ਨੇ ਦੁਨੀਆ ਦੇ, ਉਹ ਹਜੇ ਫ੍ਰੀ ਨਹੀਂ ਹਨ, ਯੈਟ ਮਤਲਬ ਅਜੇ ਤੱਕ ਫ੍ਰੀ ਨਹੀਂ ਹਨ, ਅਤੇ ਉਹ ਬਰਾਬਰ ਨਹੀਂ ਹਨ। ਉਹਨਾਂ 'ਚ ਬਰਾਬਰੀ ਨਹੀਂ ਹੈ, ਸਮਾਜਿਕ ਬਰਾਬਰੀ ਕਹਿ ਸਕਦੇ ਹੋ ਜਾਂ ਆਰਥਿਕ ਬਰਾਬਰੀ ਕਹਿ ਸਕਦੇ ਹੋ, ਉਹ ਵੀ ਨਹੀਂ ਹੈ, ਅਤੇ ਉਹ ਅਜੇ ਆਜ਼ਾਦ ਵੀ ਨਹੀਂ। ਤਾਂ ਇਹ ਅਸੀਂ ਕਿਉਂ ਨਹੀਂ ਕਹਿ ਸਕਦੇ? ਤਾਂ ਇਸ ਦਾ ਆਨਸਰ ਇਹ ਹੈ ਜੀ, ਜੋ ਚੈਪਟਰ ਦੇ ਵਿੱਚ ਆਇਆ ਕਿ ਬਿਕੋਜ਼ ਓਵਰ ਅ ਬਿਲੀਅਨ ਆਫ ਹਿਊਮਨ ਬੀਇੰਗਸ ਆਰ ਸਟਰਗਲਿੰਗ ਟੂ ਸਰਵਾਈਵ ਔਨ ਲੈਸ ਦੈਨ $1 ਅ ਡੇ। ਕਹਿੰਦੇ ਅਜੇ ਵੀ, ਅੱਜ ਦੇ ਹਾਲਾਤਾਂ ਦੇ ਵਿੱਚ ਵੀ
ਬਿਲੀਅਨ ਤੋਂ ਜ਼ਿਆਦਾ ਹਿਊਮਨ ਬੀਇੰਗਸ, ਮਤਲਬ ਬਿਲੀਅਨ ਦਾ ਮਤਲਬ ਹੁੰਦਾ ਬੱਚਿਓ 100 ਕਰੋੜ। 100 ਕਰੋੜ ਨੂੰ ਜੇ ਅਸੀਂ ਮੈਥਮੈਟੀਕਲ ਫਿਗਰ ਦੇ ਨਾਲ ਦੱਸੀਏ ਤਾਂ 10 ਦੀ ਸ਼ਕਤੀ 9 ਹੋ ਜਾਂਦੀ ਹੈ। ਤਾਂ 100 ਕਰੋੜ ਤੋਂ ਜ਼ਿਆਦਾ ਜਿਹੜੀ ਦੁਨੀਆ ਦੀ ਆਬਾਦੀ ਹੈ, ਹਿਊਮਨ ਬੀਇੰਗਸ ਨੇ, ਉਹ ਹਜੇ ਵੀ ਸਟਰਗਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਕ ਦਿਨ ਦਾ ਇੱਕ ਦਿਨ ਦਾ $1 ਵੀ ਨਸੀਬ ਨਹੀਂ ਹੁੰਦਾ। $1 ਦਾ ਮਤਲਬ ਦੇਖ ਲਓ 70-75 ਰੁਪਏ ਹੋ ਗਏ ਬੱਚਿਓ ਅੱਜ ਦੇ। ਮਤਲਬ ਕਿ ਉਹਨਾਂ ਨੂੰ ਇੰਨੇ ਪੈਸੇ ਵੀ ਨਹੀਂ ਮਿਲਦੇ ਤੇ ਉਸ ਤੇ ਉਹ ਵਿਚਾਰੇ ਆਪਣਾ ਗੁਜ਼ਾਰਾ ਕਰ ਰਹੇ ਨੇ, ਸਰਵਾਈਵ ਕਰ ਰਹੇ ਨੇ ਇੰਨੀ ਥੋੜੀ ਕਮਾਈ ਤੇ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਇਨਸਾਨ ਬਰਾਬਰ ਨੇ ਜਾਂ ਦੁਨੀਆ 'ਚ ਇਨਸਾਨਾਂ 'ਚ ਆਰਥਿਕ ਬਰਾਬਰੀ ਆ ਗਈ। ਇਸ ਤੋਂ ਇਲਾਵਾ ਦੇ ਆਲਸੋ ਲੈਕ ਸੇਫ ਡਰਿੰਕਿੰਗ ਵਾਟਰ ਐਂਡ ਐਡਿਕੁਏਟ ਸੈਨੀਟੇਸ਼ਨ। ਉਹਨਾਂ ਨੂੰ ਇੱਕ ਸੇਫ ਜੋ ਸ਼ੁੱਧ ਜੋ ਵਾਟਰ ਹੈ ਪੀਣ ਦਾ, ਉਹ ਵੀ ਨਸੀਬ ਨਹੀਂ ਹੁੰਦਾ, ਡਰਿੰਕਿੰਗ ਵਾਟਰ ਪੀਣ ਨੂੰ ਨਸੀਬ ਨਹੀਂ ਹੁੰਦਾ। ਅਤੇ ਐਡਿਕੁਏਟ, ਅਤੇ ਜੋ ਉਹਨਾਂ ਨੂੰ ਇੱਕ ਸਾਫ਼ ਸਫਾਈ ਚਾਹੀਦੀ ਹੈ, ਇੱਕ ਸਾਫ਼ ਸੁਥਰੀ ਜਗ੍ਹਾ ਰਹਿਣ ਲਈ ਚਾਹੀਦੀ ਹੈ, ਸੈਨੀਟੇਸ਼ਨ, ਜੋ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਉਹ ਵੀ ਨਹੀਂ ਮਿਲਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਤੋਂ ਉਹ ਵਾਂਝੇ ਨੇ। ਤਾਂ ਅਸੀਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਸਾਰੇ ਲੋਕ ਬਰਾਬਰ ਨੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ। 7th question, what does the author say about internal wars? ਤਾਂ ਚੈਪਟਰ ਦੇ ਵਿੱਚ ਲੇਖਕ ਇੰਟਰਨਲ ਵਾਰਸ ਦੇ ਬਾਰੇ ਕੀ ਕਹਿੰਦਾ ਹੈ ਨਾ। ਇੰਟਰਨਲ ਵਾਰਸ ਦਾ ਮਤਲਬ ਹੁੰਦਾ ਬੱਚਿਓ ਗ੍ਰਹਿ ਯੁੱਧ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ। ਇੰਟਰਨਲ ਵਾਰਸ ਦਾ ਮਤਲਬ ਦੇਸ਼ਾਂ ਦੀ ਆਪਸੀ ਲੜਾਈ ਨਹੀਂ ਹੋਈ, ਸਗੋਂ ਦੇਸ਼ਾਂ ਦੇ ਵਿੱਚ ਜਿਹੜੀ ਰਹਿੰਦੇ ਹੋਏ ਉਹਨਾਂ ਦੇ ਲੋਕਾਂ 'ਚ ਆਪਸੀ ਲੜਾਈ ਹੁੰਦੀ ਆ, ਉਹਦਾ ਜ਼ਿਕਰ ਹੈ। ਮਤਲਬ ਵੀ ਕਿਸੇ ਦੇਸ਼ ਦੇ ਅੰਦਰ ਰਹਿਣ ਵਾਲੇ ਵਸਨੀਕਾਂ ਦੀ ਜਿਹੜੀ ਆਪਸ 'ਚ ਲੜਾਈ ਹੁੰਦੀ ਹੈ, ਉਸਦਾ ਮਤਲਬ ਇੰਟਰਨਲ ਵਾਰਸ ਹੈ। ਇਸੇ ਨੂੰ ਅਸੀਂ ਗ੍ਰਹਿ ਯੁੱਧ ਕਹਿੰਦੇ ਹਾਂ। ਤਾਂ ਆਂਸਰ ਉਹ ਦਿੰਦਾ ਜੀ ਕਿ ਹੀ ਸੇਜ਼ ਦੈਟ ਮੋਰ ਦੈਨ 5 ਮਿਲੀਅਨ ਪੀਪਲ ਹੈਵ ਬੀਨ ਕਿਲਡ ਇਨ ਦਾ ਇੰਟਰਨਲ ਵਾਰਸ ਇਨ ਦਾ ਲਾਸਟ ਡੈਕੇਡ। ਡੈਕੇਡ ਦਾ ਮਤਲਬ ਹੁੰਦਾ ਬੱਚਿਓ 10 ਸਾਲ। 10 ਇਅਰਸ ਦੇ ਵਕਫੇ ਨੂੰ ਅਸੀਂ ਡੈਕੇਡ ਕਹਿੰਦੇ ਹਾਂ। ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੰਟਰਨਲ ਵਾਰਸ ਕਰਕੇ, ਗ੍ਰਹਿ ਯੁੱਧਾਂ ਦੇ ਕਰਕੇ 5 ਮਿਲੀਅਨ ਲੋਕ ਮਾਰੇ ਗਏ ਨੇ। ਮੋਰ ਦੈਨ, ਇਸ ਤੋਂ ਜ਼ਿਆਦਾ ਮਾਰੇ ਗਏ ਨੇ। ਮਿਲੀਅਨ ਦਾ ਮਤਲਬ ਬੱਚਿਓ 10 ਲੱਖ ਹੁੰਦਾ, ਜਾਂ ਅਸੀਂ ਮਿਲੀਅਨ ਨੂੰ ਕਹਿ ਸਕਦੇ ਹਾਂ 10 ਦੀ ਸ਼ਕਤੀ 6 ਜੇ ਅਸੀਂ ਮੈਥਮੈਟੀਕਲ ਫਿਗਰ ਦੇ ਨਾਲ ਦਰਸਾਈਏ। ਤਾਂ ਦੇਖ ਲਓ ਕਿੰਨੇ ਲੱਖਾਂ ਲੋਕ ਜਿਹੜੇ ਨੇ ਉਹ ਮਾਰੇ ਗਏ ਨੇ, ਗ੍ਰਹਿ ਯੁੱਧਾਂ ਦਾ ਸ਼ਿਕਾਰ ਹੋਏ ਨੇ। The internal wars have driven many people from their homes. ਇਹਨਾਂ ਗ੍ਰਹਿ ਯੁੱਧਾਂ ਨੇ ਕਈ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਡਰਿਵਨ ਅਵੇ ਫਰੋਮ देयर ਹੋਮਸ ਦਾ ਮਤਲਬ ਹੈ ਕਿ ਉਹਨਾਂ ਨੂੰ ਘਰੋਂ ਬੇਘਰ ਕਰ ਦਿੱਤਾ ਇਹਨਾਂ ਗ੍ਰਹਿ ਯੁੱਧਾਂ ਨੇ। ਨੈਕਸਟ ਕੁਐਸਚਨ, ਵੇਅਰ ਡੂ ਮੋਸਟ ਕੌਨਫਲਿਕਟਸ ਹੈਪਨ ਐਂਡ ਵਾਈ? ਜ਼ਿਆਦਾਤਰ ਝਗੜੇ, ਕੌਨਫਲਿਕਟਸ ਦਾ ਮਤਲਬ ਹੁੰਦਾ ਬੱਚਿਓ ਝਗੜੇ, ਉਹ ਕਿੱਥੇ ਹੁੰਦੇ ਨੇ ਅਤੇ ਕਿਉਂ? ਹੈਪਨ ਦਾ ਮਤਲਬ ਵਾਪਰਨਾ, ਕਿੱਥੇ ਹੁੰਦੇ ਨੇ ਵੇਅਰ, ਐਂਡ ਵਾਈ ਅਤੇ ਕਿਉਂ ਹੁੰਦੇ ਨੇ। ਆਂਸਰ ਹੈ ਜੀ ਮੋਸਟ ਕੌਨਫਲਿਕਟਸ ਹੈਪਨ ਇਨ ਪੂਅਰ ਕੰਟਰੀਜ਼ ਵਿਚ ਆਰ ਬੈਡਲੀ ਗਵਰਨਡ। ਕਿ ਜ਼ਿਆਦਾਤਰ ਜਿਹੜੇ ਕੌਨਫਲਿਕਟਸ ਨੇ, ਝਗੜੇ ਨੇ, ਉਹ ਕਿੱਥੇ ਵਾਪਰਦੇ ਨੇ? ਗਰੀਬ ਦੇਸ਼ਾਂ ਦੇ ਵਿੱਚ, ਪੂਅਰ ਕੰਟਰੀਜ਼ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬੁਰੇ ਤਰੀਕੇ ਨਾਲ ਉਹਨਾਂ ਨੂੰ ਗਵਰਨ ਕੀਤਾ ਜਾਂਦਾ ਹੈ। ਮਤਲਬ ਉਹਨਾਂ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ ਕੋਈ ਬਹੁਤਾ ਵਧੀਆ ਨਹੀਂ ਹੈ ਉੱਥੇ ਦੀਆਂ ਸਰਕਾਰਾਂ ਵੱਲੋਂ। ਇਸ ਕਰਕੇ ਉੱਥੇ ਜ਼ਿਆਦਾਤਰ ਝਗੜੇ ਵਾਪਰਦੇ ਨੇ। ਹੁਣ ਜਦੋਂ ਸ਼ਾਸਨ ਪ੍ਰਬੰਧ ਚੰਗਾ ਨਾ ਹੋਵੇ ਕਿਸੇ ਦੇਸ਼ ਦਾ, ਫਿਰ ਕੀ ਹੁੰਦਾ ਹੈ ਕਿ ਦੇਅਰ ਇਜ਼ ਅਨਇਕੁਅਲ ਡਿਸਟਰੀਬਿਊਸ਼ਨ ਆਫ ਪਾਵਰ ਐਂਡ ਵੈਲਥ ਇਨ ਦੀਜ਼ ਕੰਟਰੀਜ਼। ਤਾਂ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਸ਼ਾਸਨ ਪ੍ਰਬੰਧ ਦਾ ਬਹੁਤ ਹੀ ਮਾੜਾ ਹੁੰਦਾ ਹੈ ਅਸਰ, ਤਾਂ ਉੱਥੇ ਕੀ ਹੁੰਦਾ ਹੈ ਕਿ ਜਿਹੜੀ ਉੱਥੇ ਦੀ ਸ਼ਕਤੀ ਹੈ ਲੋਕਾਂ ਦੀ, ਜਾਂ ਲੋਕਾਂ ਦਾ ਜਿਹੜਾ ਧਨ ਹੈ, ਉਹ ਇਕੁਅਲ ਡਿਸਟਰੀਬਿਊਟ ਨਹੀਂ ਹੁੰਦਾ, ਅਨਇਕੁਅਲ ਡਿਸਟਰੀਬਿਊਸ਼ਨ ਹੁੰਦੀ ਹੈ। ਧਨ ਦੀ ਵੰਡ ਜਾਂ ਸ਼ਕਤੀ ਦੀ ਵੰਡ ਜਿਹੜੀ ਹੈ ਉਹ ਅਨਇਕੁਅਲ ਹੁੰਦੀ ਹੈ, ਬਰਾਬਰ ਨਹੀਂ ਹੁੰਦੀ। ਕੁਛ ਕੁ ਲੋਕਾਂ ਦੇ ਹੱਥ 'ਚ ਸ਼ਕਤੀ ਹੁੰਦੀ ਹੈ, ਬਾਕੀ ਸਾਰੇ ਸ਼ਕਤੀ ਤੋਂ ਵਿਚਾਰੇ ਵਿਹੀਨ ਹੁੰਦੇ ਨੇ ਉੱਥੇ ਦੇ ਵਸਨੀਕ। ਇਸੇ ਤਰ੍ਹਾਂ ਦੇ ਕੁਛ ਲੋਕਾਂ ਦੇ ਹੱਥ 'ਚ ਸਾਰਾ ਧਨ ਦਾ ਕਬਜ਼ਾ ਹੁੰਦਾ, ਬਾਕੀ ਵਿਚਾਰੇ ਗਰੀਬ ਹੁੰਦੇ ਨੇ। ਤਾਂ ਉੱਥੇ ਇਹ ਪ੍ਰੋਬਲਮ ਆਉਂਦੀ ਹੈ ਜਦੋਂ ਕਿ ਗਵਰਨਮੈਂਟ ਉੱਥੇ ਦੀ ਸਰਕਾਰ ਚੰਗੀ ਤਰ੍ਹਾਂ ਦੇਸ਼ ਦਾ ਸ਼ਾਸਨ ਪ੍ਰਬੰਧ ਨਹੀਂ ਚਲਾ ਪਾਉਂਦੀ। ਤੇ ਜ਼ਿਆਦਾ ਕਿੱਥੇ ਹੁੰਦਾ ਹੈ? ਪੂਅਰ ਕੰਟਰੀਜ਼ ਦੇ ਵਿੱਚ, ਗਰੀਬ ਦੇਸ਼ਾਂ ਦੇ ਵਿੱਚ। ਨੈਕਸਟ ਕੁਐਸਚਨ ਦੇ ਵਿੱਚ ਆਥਰ ਲਿਖਦਾ ਹੈ ਕਿ ਵਾਟ ਇਜ਼ ਦਾ ਬੈਸਟ ਵੇ ਟੂ ਪ੍ਰੀਵੈਂਟ ਕੌਨਫਲਿਕਟਸ। ਕੁਐਸਚਨ ਇਹ ਹੈ ਜੀ ਕਿ ਜਿਹੜੇ ਕੌਨਫਲਿਕਟਸ ਹੁੰਦੇ ਨੇ ਗਰੀਬ ਦੇਸ਼ਾਂ ਦੇ ਵਿੱਚ, ਜਾਂ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਦੀਆਂ ਸਰਕਾਰਾਂ ਮਾੜੀਆਂ ਨੇ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਕੌਨਫਲਿਕਟਸ ਹੁੰਦੇ ਨੇ, ਝਗੜੇ ਹੁੰਦੇ ਨੇ, ਉਹਨਾਂ ਨੂੰ ਅਸੀਂ ਕਿਹੜੇ ਬੈਸਟ ਤਰੀਕੇ ਦੇ ਨਾਲ, ਕਿਹੜੇ ਵਧੀਆ ਢੰਗ ਦੇ ਨਾਲ ਅਸੀਂ ਰੋਕ ਸਕਦੇ ਹਾਂ? ਉਹ ਝਗੜਿਆਂ ਨੂੰ ਕਿਵੇਂ ਅਸੀਂ ਖਤਮ ਕਰ ਸਕਦੇ ਹਾਂ? ਆਂਸਰ ਹੈ ਜੀ ਦਾ ਬੈਸਟ ਵੇ ਟੂ ਪ੍ਰੀਵੈਂਟ ਕੌਨਫਲਿਕਟ ਇਜ਼ ਟੂ ਪ੍ਰਮੋਟ ਪੋਲੀਟੀਕਲ ਅਰੇਂਜਮੈਂਟਸ ਇਨ ਵਿਚ ਆਲ ਗਰੁੱਪਸ ਆਫ ਪੀਪਲ ਆਰ ਫੇਅਰਲੀ ਰਿਪਰੈਜ਼ੈਂਟਡ। ਸਭ ਤੋਂ ਵਧੀਆ ਢੰਗ ਇਹੀ ਹੈ ਕਿ ਅਸੀਂ ਇਹ ਝਗੜਿਆਂ ਨੂੰ ਕਿਵੇਂ ਰੋਕ ਸਕਦੇ ਹਾਂ। ਦਾ ਮਤਲਬ ਰੋਕਣਾ। ਇਹਨਾਂ ਝਗੜਿਆਂ ਨੂੰ ਰੋਕਣ ਦਾ ਸਭ ਤੋਂ ਬੈਸਟ ਢੰਗ ਇਹ ਹੈ ਕਿ ਅਸੀਂ
ਇਹਨਾਂ ਦੇਸ਼ਾਂ ਦੇ ਵਿੱਚ ਪੋਲੀਟੀਕਲ ਅਰੇਂਜਮੈਂਟਸ ਨੂੰ ਮਤਲਬ ਉੱਥੇ ਦੇ ਰਾਜਨੀਤਿਕ ਜਿਹੜਾ ਬਣਤਰ ਹੈ ਅਸੀਂ ਉਸ ਨੂੰ ਸਹੀ ਤਰੀਕੇ ਨਾਲ ਪ੍ਰਮੋਟ ਕਰੀਏ, ਅਸੀਂ ਸਹੀ ਤਰੀਕੇ ਨਾਲ ਉੱਥੇ ਰਾਜਨੀਤਿਕ ਢਾਂਚਾ ਸਥਾਪਿਤ ਕਰੀਏ ਤੇ ਉਸ ਰਾਜਨੀਤਿਕ ਢਾਂਚੇ ਦੇ ਵਿੱਚ ਕੀ ਹੋਵੇ ਕਿ ਹਰ ਇੱਕ ਪੀਪਲ ਦੇ ਜਿਹੜੇ ਗਰੁੱਪ ਨੇ, ਲੋਕਾਂ ਦੇ ਜਿਹੜੇ ਗਰੁੱਪਸ ਨੇ ਉਹਨਾਂ ਨੂੰ ਸਹੀ ਰਿਪਰੈਜ਼ੈਂਟੇਸ਼ਨ ਮਿਲੇ, ਉਹਨਾਂ ਨੂੰ ਇੱਕ ਸਹੀ ਪ੍ਰਤੀਨਿਧਤਾ ਮਿਲੇ। ਹੁਣ ਇਹ ਗਰੁੱਪਸ ਆਫ ਪੀਪਲ ਕਿਹੜੇ ਹੋ ਸਕਦੇ ਨੇ ਬੱਚਿਓ? ਇਹ ਕੋਈ ਵੀ ਰਿਲੀਜੀਅਸ ਗਰੁੱਪਸ ਹੋ ਸਕਦੇ ਨੇ, ਐਥਨਿਕ ਗਰੁੱਪਸ ਹੋ ਸਕਦੇ ਨੇ, ਅਲੱਗ-ਅਲੱਗ ਮਾਈਨੋਰਿਟੀ ਗਰੁੱਪਸ ਹੋ ਸਕਦੇ ਨੇ। ਤਾਂ ਇਹਨਾਂ ਸਾਰੇ ਲੋਕਾਂ ਨੂੰ ਇੱਕ ਸਹੀ ਤਰ੍ਹਾਂ ਉਹਨਾਂ ਨੂੰ ਆਪਣੇ ਰਾਜਨੀਤਿਕ ਢਾਂਚੇ ਦੇ ਵਿੱਚ ਹਿੱਸਾ ਮਿਲੇ ਤਾਂ ਇਸ ਦੇ ਨਾਲ ਅਸੀਂ ਇਹ ਕੌਨਫਲਿਕਟ ਰੋਕ ਸਕਦੇ ਹਾਂ। ਦੇ ਸ਼ੁੱਡ ਹੈਵ ਇਕੁਅਲ ਹਿਊਮਨ ਰਾਈਟਸ। ਹੁਣ ਉਹਨਾਂ ਸਾਰੇ ਲੋਕਾਂ ਨੂੰ ਇਕੁਅਲ ਹਿਊਮਨ ਰਾਈਟਸ ਮਿਲਣੇ ਚਾਹੀਦੇ ਨੇ, ਮਨੁੱਖੀ ਅਧਿਕਾਰ ਜਿਹੜੇ ਨੇ ਉਹ ਬਰਾਬਰ ਬਰਾਬਰ ਮਿਲਣੇ ਚਾਹੀਦੇ ਨੇ। ਇਹ ਨਹੀਂ ਕਿ ਅਸੀਂ ਇੱਕ ਗਰੁੱਪਸ ਦੇ ਪੀਪਲ ਦੀ ਅਸੀਂ ਉਹਨਾਂ ਵੱਲ ਬਾਇਸ ਹੋ ਜਾਈਏ, ਉਹਨਾਂ ਨੂੰ ਅਸੀਂ ਜ਼ਿਆਦਾ ਵਧਾਵਾ ਦਈਏ, ਬਾਕੀਆਂ ਨੂੰ ਅਸੀਂ ਨਾ ਪੁੱਛੀਏ। ਇਸ ਤਰ੍ਹਾਂ ਨਹੀਂ ਹੋ ਸਕਦਾ। ਸਾਰੇ ਹਿਊਮਨ ਰਾਈਟਸ ਸਾਰਿਆਂ ਨੂੰ ਇਕੁਅਲ ਮਿਲਣੇ ਚਾਹੀਦੇ ਨੇ। ਇਸ ਦੇ ਨਾਲ ਅਸੀਂ ਇਹ ਸਾਰੇ ਝਗੜੇ ਰੋਕ ਸਕਦੇ ਹਾਂ। 10th question, what is the third fundamental freedom? ਤਾਂ ਸਟੂਡੈਂਟ ਜਿਵੇਂ ਕਿ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਸੀ ਕਿ ਆਥਰ ਨੇ ਕਿਹੜੇ-ਕਿਹੜੇ ਫੰਡਾਮੈਂਟਲ ਫਰੀडम्स ਦੇ ਬਾਰੇ ਇਸ ਚੈਪਟਰ ਦੇ ਵਿੱਚ ਦੱਸਿਆ ਹੈ, ਤਾਂ ਉਸ ਦੇ ਵਿੱਚੋਂ ਤੀਸਰਾ ਫੰਡਾਮੈਂਟਲ ਫਰੀडम ਕਿਹੜਾ ਹੈ? ਤੀਸਰਾ ਮੁੱਢਲਾ ਜੋ ਸਾਡੀ ਆਜ਼ਾਦੀ ਹੈ ਉਹ ਕਿਹੜੀ ਹੈ ਇਸ ਚੈਪਟਰ ਦੇ ਅਨੁਸਾਰ? ਤਾਂ ਇਹਦਾ ਆਨਸਰ ਹੈ, ਦਾ ਥਰਡ ਫੰਡਾਮੈਂਟਲ ਫਰੀडम ਇਜ਼ ਦਾ ਫਰੀडम ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ देयर ਲਾਈਵਸ ਔਨ ਦਿਸ ਅਰਥ। ਤਾਂ ਤੀਸਰਾ ਮੁੱਢਲੀ ਆਜ਼ਾਦੀ ਇਹ ਹੈ ਕਿ ਜਿਹੜੀਆਂ ਸਾਡੀਆਂ ਫਿਊਚਰ ਦੀਆਂ, ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ, ਪੀੜ੍ਹੀਆਂ ਨੇ, ਉਹ ਆਪਣੀ ਲਾਈਫ, ਆਪਣੀਆਂ ਜ਼ਿੰਦਗੀਆਂ ਇਸ ਅਰਥ ਦੇ ਉੱਪਰ, ਇਸ ਧਰਤੀ ਗ੍ਰਹਿ ਦੇ ਉੱਪਰ ਚੰਗੀ ਤਰ੍ਹਾਂ ਇੰਜੋਏ ਕਰ ਸਕਣ, ਉਸ ਨੂੰ ਆਪਣੀ ਜ਼ਿੰਦਗੀ ਜੀ ਸਕਣ। ਇਸ ਚੀਜ਼ ਦੀ ਉਹਨਾਂ ਨੂੰ ਫਰੀडम ਹੋਣੀ ਚਾਹੀਦੀ ਹੈ। ਇਸ ਨੂੰ ਥਰਡ ਫੰਡਾਮੈਂਟਲ ਫਰੀडम ਇਸ ਨੂੰ ਕਿਹਾ ਗਿਆ ਇਸ ਚੈਪਟਰ ਦੇ ਅਨੁਸਾਰ। ਸਟੂਡੈਂਟਸ ਨੈਕਸਟ ਕੁਐਸਚਨ ਇਸੇ ਥਰਡ ਫੰਡਾਮੈਂਟਲ ਫਰੀडम ਦੇ ਨਾਲ ਜੁੜਿਆ ਹੋਇਆ ਹੈ। ਤਾਂ ਪ੍ਰਸ਼ਨ ਹੈ, ਹਾਊ ਇਜ਼ ਦਾ ਥਰਡ ਫੰਡਾਮੈਂਟਲ ਫਰੀडम ਥ੍ਰੈਟਨਡ? ਹਾਊ ਦਾ ਮਤਲਬ ਕਿਵੇਂ, ਕਿਸ ਤਰ੍ਹਾਂ ਇਹ ਤੀਸਰੀ ਮੁੱਢਲੀ ਆਜ਼ਾਦੀ ਜਿਹੜੀ ਹੈ ਉਹ ਥ੍ਰੈਟਨਡ ਹੋਈ ਵੀ ਹੈ, ਮਤਲਬ ਉਸ ਨੂੰ ਉਹ ਖਤਰੇ 'ਚ ਹੈ। ਥ੍ਰੈਟਨ ਦਾ ਮਤਲਬ ਖਤਰੇ 'ਚ ਹੋਣਾ। ਤਾਂ ਇਹ ਕਿਸ ਤਰ੍ਹਾਂ ਇਹ ਖਤਰੇ ਵਿੱਚ ਹੈ? ਕੁਐਸਚਨ ਹੈ। ਆਨਸਰ ਹੈ, ਇਟ ਇਜ਼ ਬਿਕੋਜ਼ ਵੀ ਆਰ ਪਲੰਡਰਿੰਗ ਆਵਰ ਐਨਵਾਇਰਮੈਂਟਲ ਹੈਰੀਟੇਜ। ਇਹ ਇਸ ਕਰਕੇ ਖਤਰੇ 'ਚ ਹੈ ਕਿਉਂਕਿ ਵੀ ਆਰ ਪਲੰਡਰਿੰਗ ਦਾ ਮਤਲਬ ਹੁੰਦਾ ਬੱਚਿਓ ਲੁੱਟਮਾਰ ਕਰਨੀ। ਅਸੀਂ ਲੁੱਟਮਾਰ ਕਰ ਰਹੇ ਹਾਂ ਕਿਸ ਦੀ? ਆਵਰ ਐਨਵਾਇਰਮੈਂਟਲ ਹੈਰੀਟੇਜ। ਸਾਡੇ ਵਾਤਾਵਰਨ ਦੀ ਜੋ ਸਾਡਾ ਵਿਰਸਾ ਹੈ, ਹੈਰੀਟੇਜ ਸੱਭਿਆਚਾਰ ਹੈ, ਵਿਰਸਾ ਹੈ, ਉਸ ਦੀ ਅਸੀਂ ਲੁੱਟਮਾਰ ਕਰ ਰਹੇ ਹਾਂ। ਵੀ ਆਰ ਪਲੰਡਰਿੰਗ। ਹੁਣ ਦੇਖੋ ਬੱਚਿਓ, ਅੱਜ ਦੇਖੋ ਉਦਯੋਗੀਕਰਨ ਦੇ ਨਾਮ ਤੇ ਅਸੀਂ ਜੰਗਲਾਂ, ਦਰਖਤਾਂ ਨੂੰ ਕੱਟੀ ਜਾ ਰਹੇ ਹਾਂ, ਨਦੀਆਂ ਦੇ ਬਹਾਓ ਮੋੜੀ ਜਾ ਰਹੇ ਹਾਂ, ਪਾਣੀ ਨੂੰ ਕਿਸ ਤਰ੍ਹਾਂ ਅਸੀਂ ਬੇਤਰਤੀਬੇ ਅਸੀਂ ਵਰਤੋਂ 'ਚ ਲਿਆ ਰਹੇ ਹਾਂ। ਤਾਂ ਇਸ ਤਰ੍ਹਾਂ ਅਸੀਂ ਇੱਕ ਤਰ੍ਹਾਂ ਨਾਲ ਲੁੱਟਮਾਰ ਕਰ ਰਹੇ ਹਾਂ। ਇਸ ਤਰ੍ਹਾਂ ਸਾਡੀ ਜਿਹੜੀ ਇਹ ਇਨਵਾਇਰਮੈਂਟਲ ਹੈਰੀਟੇਜ ਹੈ ਇਹ ਖਤਰੇ 'ਚ ਹੈ। ਤਾਂ ਜਦੋਂ ਸਾਡਾ ਵਾਤਾਵਰਨ ਹੀ ਖਤਰੇ 'ਚ ਹੈ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੀ, ਜੋ ਕਿ ਥਰਡ ਫੰਡਾਮੈਂਟਲ ਫਰੀडम ਜਿਸ ਦੇ ਨਾਲ ਜ਼ਿਕਰ ਕੀਤਾ ਸੀ ਪਿਛਲੇ ਕੁਐਸਚਨ 'ਚ ਪੜ੍ਹਿਆ, ਤਾਂ ਉਸ ਨੂੰ ਚੰਗਾ ਵਾਤਾਵਰਨ, ਚੰਗਾ ਪਾਣੀ, ਚੰਗੀ ਆਬੋ ਹਵਾ ਕਿਵੇਂ ਮਿਲੇਗੀ ਜੇਕਰ ਹੁਣ ਹੀ ਅਸੀਂ ਲੁੱਟਮਾਰ ਮਚਾਈ ਰੱਖੀ। ਸਟੂਡੈਂਟਸ ਚੈਪਟਰ ਦਾ ਲਾਸਟ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, what is the old African wisdom that the author refers to? ਤਾਂ ਕਿਹੜੀ ਪੁਰਾਣੀ ਅਫਰੀਕਾ ਦੀ ਇੱਕ ਕਹਾਵਤ ਹੈ? ਵਿਜ਼ਡਮ ਦਾ ਮਤਲਬ ਇੱਥੇ ਬੱਚਿਓ ਕਹਾਵਤ ਤੋਂ ਹੈ। ਅਫਰੀਕਾ ਦੇਸ਼ ਦੀ ਕਿਹੜੀ ਕਹਾਵਤ ਹੈ ਪੁਰਾਣੀ ਜਿਸ ਦੇ ਬਾਰੇ ਲੇਖਕ ਜ਼ਿਕਰ ਕਰਦਾ ਹੈ? ਤਾਂ ਮੈਂ ਤੁਹਾਨੂੰ ਚੈਪਟਰ ਸਮਝਾਉਂਦੇ ਹੋਏ ਦੱਸਿਆ ਸੀ ਕਿ ਬੇਸਿਕਲੀ ਜਿਹੜੇ ਕੋਫੀ ਅਨਾਨ ਨੇ, ਇਸ ਚੈਪਟਰ ਦੇ ਰਾਈਟਰ ਨੇ, ਆਥਰ ਨੇ, ਉਹ ਅਫਰੀਕਾ ਮਹਾਦੀਪ ਦੇ ਇੱਕ ਦੇਸ਼ ਹੈ ਘਾਨਾ, ਉਸ ਦੇ ਰਹਿਣ ਵਾਲੇ ਸੀ। ਤਾਂ ਜਦੋਂ ਇਹ ਬੱਚੇ ਸੀ ਤਾਂ ਇਹਨਾਂ ਨੇ ਉਸ ਦੇਸ਼ ਦੀ ਕੋਈ ਲੈਂਗੁਏਜ ਦੇ ਵਿੱਚ ਕੋਈ ਕਹਾਵਤ ਸੁਣੀ ਹੋਣੀ, ਅਫਰੀਕਨ ਲੈਂਗੁਏਜ ਦੇ ਵਿੱਚ ਵਿਜ਼ਡਮ ਕੋਈ ਕਹਾਵਤ ਸੁਣੀ ਸੀ। ਤਾਂ ਉਸੇ ਕਹਾਵਤ ਦਾ ਜ਼ਿਕਰ ਇਸ ਚੈਪਟਰ ਦੇ ਵਿੱਚ ਕੋਫੀ ਅਨਾਨ ਕਰਦੇ ਨੇ। ਤਾਂ ਇਹਦਾ ਆਨਸਰ ਹੈ ਜੀ, ਹੀ ਰੈਫਰਸ ਟੂ ਦੀ ਓਲਡ ਅਫਰੀਕਨ ਵਿਜ਼ਡਮ ਦੈਟ ਦਾ ਅਰਥ ਇਜ਼ ਨੋਟ ਆਰਸ। ਤਾਂ ਉਹ ਜ਼ਿਕਰ ਕਰਦੇ ਨੇ ਇੱਕ ਓਲਡ ਅਫਰੀਕਾ ਦੀ ਕਹਾਵਤ ਦਾ, ਤੇ ਉਹ ਕਿਹੜੀ ਹੈ ਕਿ ਧਰਤੀ ਸਾਡੀ ਨਹੀਂ ਹੈ, ਦਾ ਅਰਥ ਇਜ਼ ਨੋਟ ਆਰਸ।
ਤਾਂ ਬੱਚਿਓ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਸਾਰੀ ਉਮਰ ਇਨਸਾਨ ਇਹੀ ਕਹੀ ਜਾਂਦਾ ਮੇਰੀ ਜ਼ਮੀਨ ਮੇਰਾ ਘਰ, ਜਦ ਕਿ ਕੋਫੀ ਅਨਾਨ ਤਾਂ ਅਫਰੀਕਾ ਦੀ ਕਹਾਵਤ ਨੂੰ ਜ਼ਿਕਰ ਕਰਦੇ ਹੋਏ ਕਹਿੰਦੇ ਨੇ ਕਿ ਦਾ ਅਰਥ ਇਜ਼ ਨੋਟ ਆਸ, ਕਿ ਧਰਤੀ ਤਾਂ ਸਾਡੀ, ਜ਼ਮੀਨ ਤਾਂ ਸਾਡੀ ਹੈ ਹੀ ਨਹੀਂ। ਤੇ ਫਿਰ ਇਹ ਕਿਸ ਦੀ ਹੈ? ਤਾਂ ਇਸ ਦਾ ਆਨਸਰ ਅੱਗੇ ਦੀ ਲਾਈਨ 'ਚ ਹੈ ਜੀ ਕਿ ਇਟ ਇਜ਼ ਅ ਟ੍ਰੈਜ਼ਰ ਵਿਚ ਵੀ ਹੋਲਡ ਇੰਟਰਸਟ ਫॉर ਆਵਰ ਡਿਸੈਂਡੈਂਟਸ। ਕਹਿੰਦੇ ਇਹ ਤਾਂ ਇੱਕ ਖਜ਼ਾਨਾ ਹੈ। ਟ੍ਰੈਜ਼ਰ ਦਾ ਮਤਲਬ ਉੱਚੇ ਹੁੰਦਾ ਹੈ ਖਜ਼ਾਨਾ। ਕਹਿੰਦੇ ਧਰਤੀ ਤਾਂ ਇੱਕ ਖਜ਼ਾਨੇ ਵਰਗੀ ਹੈ, ਤੇ ਸਾਡਾ ਕੰਮ ਤਾਂ ਇਸ ਟ੍ਰੈਜ਼ਰ ਨੂੰ, ਇਸ ਖਜ਼ਾਨੇ ਨੂੰ ਸਾਂਭ ਕੇ ਰੱਖਣਾ ਹੈ, ਵਿਸ਼ਵਾਸ ਬਣਾ ਕੇ ਰੱਖਣਾ ਹੈ ਇਸ ਖਜ਼ਾਨੇ ਦੇ ਵਿੱਚ, ਤੇ ਉਸ ਨੂੰ ਸਾਂਭ ਕੇ ਰੱਖਣਾ ਹੈ। ਹੋਲਡ ਇੰਟਰਸਟ ਕਿਹਦੇ ਲਈ? ਫॉर ਆਰ ਡਿਸੈਂਡੈਂਟਸ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ, ਸਾਡੇ ਆਉਣ ਵਾਲੇ ਬੱਚਿਆਂ ਦੇ ਲਈ, ਆਉਣ ਵਾਲੇ ਜੋ ਯੁੱਗ ਨੇ ਉਹਨਾਂ ਦੇ ਲਈ ਸਾਨੇ ਇਹੀ ਖਜ਼ਾਨੇ ਨੂੰ ਸਾਂਭ ਕੇ ਰੱਖਣਾ ਹੈ। ਪਰ ਅਸੀਂ ਕਰ ਕੀ ਰਹੇ ਹਾਂ? ਅਸੀਂ ਇਸ ਖਜ਼ਾਨੇ ਨੂੰ ਆਪ ਹੀ ਲੁੱਟ ਰਹੇ ਹਾਂ। ਅਸੀਂ ਲੁੱਟਮਾਰ ਮਚਾ ਰੱਖੀ ਹੈ। ਪਿਛਲੇ ਕੁਐਸਚਨ 'ਚ ਅਸੀਂ ਇਹੀ ਕਿਹਾ ਕਿ ਅਸੀਂ ਇਸ ਇਨਵਾਇਰਨਮੈਂਟ ਦੀ, ਇਸ ਖਜ਼ਾਨੇ ਦੀ ਲੁੱਟਮਾਰ ਮਚਾ ਰੱਖੀ ਹੈ, ਜਦਕਿ ਕੰਮ ਸਾਡਾ ਕੀ ਹੋਣਾ ਚਾਹੀਦਾ ਹੈ? ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਣਾ। ਤਾਂ ਬੱਚਿਓ ਇਸ ਤਰ੍ਹਾਂ ਸਾਡੇ ਸਾਰੇ ਕੁਐਸਚਨਸ ਕੰਪਲੀਟ ਹੁੰਦੇ ਨੇ। ਹੁਣ ਅਸੀਂ ਆਪਣੀਆਂ ਇਸ ਚੈਪਟਰ ਦੀ ਐਕਸਰਸਾਈਜ਼ ਵੱਲ ਰੁਖ ਕਰਦੇ ਹਾਂ। ਸਟੂਡੈਂਟਸ, ਹੁਣ ਅਸੀਂ ਆਪਣੀ ਇਸੇ ਚੈਪਟਰ ਦੀ ਵੋਕੈਬਲਰੀ ਪ੍ਰੈਕਟਿਸ ਦੀ ਪਹਿਲੀ ਐਕਸਰਸਾਈਜ਼ ਕਰਨ ਜਾ ਰਹੇ ਹਾਂ। ਤਾਂ ਤੁਹਾਨੂੰ ਦਿਖ ਰਿਹਾ ਹੈ ਕਿ ਦੋ ਕਾਲਮਸ ਨੇ ਜੀ, ਕਿ ਇੱਕ ਹੈ ਕਾਲਮ A, ਦੂਸਰਾ ਹੈ ਕਾਲਮ B। ਤਾਂ ਕਾਲਮ A ਦੇ ਵਿੱਚ ਟੋਟਲ 10 ਵਰਡਸ ਨੇ। ਇਹ ਕਾਲਮ A ਦੇ 10 ਦੇ 10 ਵਰਡਸ ਤੁਹਾਡੇ ਚੈਪਟਰ ਦੇ ਵਿੱਚੋਂ ਆਏ ਨੇ। ਤਾਂ ਅਸੀਂ ਇਹਨਾਂ ਵਰਡਸ ਦੇ ਐਂਟੋਨਿਮਸ ਮੈਚ ਕਰਨੇ ਨੇ ਕਾਲਮ B ਦੇ ਨਾਲ। ਐਂਟੋਨਿਮਸ ਦਾ ਮਤਲਬ ਬੱਚਿਓ ਤੁਹਾਨੂੰ ਪਤਾ ਹੈ ਵਿਰੋਧੀ ਸ਼ਬਦ ਨੂੰ ਕਿਹਾ ਜਾਂਦਾ ਹੈ। ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਵਰਡ ਹੈ ਬੈਨੀਫਿਟ। ਬੈਨੀਫਿਟ ਦਾ ਮਤਲਬ ਹੁੰਦਾ ਹੈ ਲਾਭ ਹੋਣਾ। ਇਹ ਵਰਡ ਆਇਆ ਸਾਨੂੰ ਸਾਡੇ ਚੈਪਟਰ 'ਚ ਕਿ ਗਲੋਬਲਾਈਜੇਸ਼ਨ ਦੇ ਸਾਨੂੰ ਕਿਹੜੇ-ਕਿਹੜੇ ਬੈਨੀਫਿਟਸ ਨੇ। ਤਾਂ ਇਹਦਾ ਉਲਟ ਹੁੰਦਾ ਹੈ ਨੁਕਸਾਨ ਹੋਣਾ। ਤਾਂ ਇਸ ਦੇ ਵਿੱਚ ਆਨਸਰ ਆਏਗਾ ਹਾਰਮ। ਤਾਂ ਅਸੀਂ ਇਸ ਦੇ ਸਾਹਮਣੇ ਲਿਖ ਦਿੰਦੇ ਹਾਂ ਨੁਕਸਾਨ ਹੋਣਾ, ਹਾਰਮ। ਬੈਨੀਫਿਟ ਦਾ ਐਂਟੋਨਿਮ ਕੀ ਹੋ ਗਿਆ ਜੀ? ਹਾਰਮ। ਦੂਸਰਾ ਹੈ ਜੀ ਅਪਹੀਵਲ। ਅਪਹੀਵਲ ਦਾ ਮਤਲਬ ਹੁੰਦਾ ਹੈ ਜੀ ਜਦੋਂ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਹੁੰਦਾ ਹੈ, ਤਾਂ ਉਸ ਨੂੰ ਕਹਿੰਦੇ ਨੇ। ਤਾਂ ਨੈਚੁਰਲੀ ਇਸ ਦਾ ਉਲਟ ਹੋ ਗਿਆ ਸ਼ਾਂਤੀ, ਤੇ ਸ਼ਾਂਤੀ ਦਾ ਵਰਡ ਕਿਹੜਾ ਹੈ ਸਾਡੇ ਕਾਲਮ ਵਿੱਚ? ਪੀਸ। ਤਾਂ ਅਸੀਂ ਇਸ ਦਾ ਆਨਸਰ ਇੱਥੇ ਲਿਖ ਦਿੰਦੇ ਹਾਂ ਪੀਸ। ਸਰਵਾਈਵ ਦਾ ਮਤਲਬ ਹੁੰਦਾ ਹੈ ਜੀ ਜ਼ਿੰਦਾ ਰਹਿਣਾ। ਯਾਦ ਕਰੋ ਚੈਪਟਰ ਦੇ ਵਿੱਚ ਕੋਫੀ ਅਨਾਨ ਨੇ ਦੱਸਿਆ ਸੀ ਕਿ ਸਾਡੇ 100 ਕਰੋੜ ਤੋਂ ਜ਼ਿਆਦਾ ਆਬਾਦੀ $1 ਤੋਂ ਵੀ ਘੱਟ ਪਰ ਡੇ 'ਤੇ ਸਰਵਾਈਵ ਕਰਦੀ ਹੈ। ਉਸ ਲਾਈਨ ਦੇ ਵਿੱਚ ਸਰਵਾਈਵ ਸ਼ਬਦ ਆਉਂਦਾ ਹੈ। ਸਰਵਾਈਵ ਦਾ ਮਤਲਬ ਹੁੰਦਾ ਹੈ ਜ਼ਿੰਦਾ ਰਹਿਣਾ, ਲੇਕਿਨ ਇਸ ਦਾ ਉਲਟ ਹੁੰਦਾ ਹੈ ਮਰ ਜਾਣਾ। ਤਾਂ ਇਹਦਾ ਵਰਡ ਹੈ ਜੀ ਡਾਈ। ਫੋਰਥ ਕੁਐਸਚਨ ਹੈ ਐਡਿਕੁਏਟ। ਇਸੇ ਪੈਰੇ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ, ਸਾਡੇ ਦੁਨੀਆ ਦੀ ਆਬਾਦੀ ਦੇ ਕਈ ਹਿੱਸੇ ਨੂੰ ਐਡਿਕੁਏਟ ਸੈਨੀਟੇਸ਼ਨ ਨਹੀਂ ਮਿਲਦੀ। ਸੈਨੀਟੇਸ਼ਨ ਦਾ ਮਤਲਬ ਸਾਫ ਸੁਥਰੀ ਜਗ੍ਹਾ ਰਹਿਣ ਲਈ ਨਹੀਂ ਮਿਲਦੀ। ਐਡਿਕੁਏਟ ਦਾ ਮਤਲਬ ਹੁੰਦਾ ਹੈ ਜੋ ਜ਼ਰੂਰੀ ਹੈ, ਕਾਫੀ। ਇਸ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਇਹਦਾ ਉਲਟ ਹੁੰਦਾ ਹੈ ਨਾ ਕਾਫੀ ਹੋਣਾ, ਜੋ ਕਾਫੀ ਨਹੀਂ ਹੈ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਇਨਸਫੀਸ਼ੀਐਂਟ। ਤਾਂ ਇਸ ਦਾ ਆਨਸਰ ਇੱਥੇ ਅਸੀਂ ਇਨਸਫੀਸ਼ੀਐਂਟ ਲਿਖ ਸਕਦੇ ਹਾਂ। ਤਾਂ ਇਸ ਦਾ ਐਂਟੋਨਿਮ ਹੋ ਗਿਆ ਜੀ ਇਹ। ਨੈਕਸਟ ਅਗਲੀ ਚੀਜ਼ ਨੂੰ ਕਿਹਾ ਜਾਂਦਾ ਹੈ, ਤੇ ਨੈਕਸਟ ਦਾ ਜਿਹੜਾ ਇਸ ਦਾ ਉਲਟ ਹੋਏਗਾ ਉਹ ਆ ਜਾਏਗਾ ਜੀ ਪ੍ਰੀਵੀਅਸ। ਤਾਂ ਇਸ ਦੇ ਵਿੱਚ ਪ੍ਰੀਵੀਅਸ ਸ਼ਬਦ ਆ ਪਿਆ, ਤਾਂ ਅਸੀਂ ਪ੍ਰੀਵੀਅਸ। ਪ੍ਰੀਵੀਅਸ ਦਾ ਮਤਲਬ ਪਿਛਲਾ, ਨੈਕਸਟ ਦਾ ਮਤਲਬ ਅਗਲਾ। ਫ੍ਰੀਕੁਐਂਟ ਦਾ ਮਤਲਬ ਹੁੰਦਾ ਜੀ ਅਕਸਰ। ਅਕਸਰ ਜਿਹੜੀ ਚੀਜ਼ ਸਾਡੇ ਨਾਲ ਵਾਪਰੇ ਉਸ ਨੂੰ ਫ੍ਰੀਕੁਐਂਟ ਕਹਿੰਦੇ ਆ। ਜਿਹੜੀ ਕਦੇ ਕਦੇ ਵਾਪਰੇ ਅਸੀਂ ਉਸ ਨੂੰ ਰੇਅਰ ਕਹਿੰਦੇ ਆ। ਤੇ ਇਹਦਾ ਆਨਸਰ ਐਂਟੋਨਿਮ ਇਸ ਦਾ ਰੇਅਰ ਹੋ ਗਿਆ। ਪ੍ਰਮੋਟ ਯਾਦ ਕਰੋ ਬੱਚਿਓ, ਅਸੀਂ ਇਹ ਅੱਜ ਕੁਐਸਚਨ ਆਨਸਰ 'ਚ ਵੀ ਪੜ੍ਹਿਆ, ਚੈਪਟਰ 'ਚ ਵੀ ਪੜ੍ਹਿਆ ਕਿ ਜੇਕਰ ਪੂਅਰ ਕੰਟਰੀਜ਼ ਦੀ ਵਿੱਚ ਜਿਹੜੇ ਕੌਨਫਲਿਕਟਸ ਹੁੰਦੇ ਨੇ, ਝਗੜੇ ਹੁੰਦੇ ਨੇ, ਜੇਕਰ ਅਸੀਂ ਉਹਨਾਂ ਨੂੰ ਖ਼ਤਮ ਕਰਨਾ ਚਾਹੀਏ ਤਾਂ ਸਾਨੂੰ ਕੀ ਕਰਨਾ ਪਏਗਾ? ਤਾਂ ਸਾਨੂੰ ਪ੍ਰਮੋਟ ਕਰਨਾ ਪਏਗਾ ਪੋਲੀਟੀਕਲ ਸੈਟਅਪ ਦੇ ਵਿੱਚ ਸਾਰੇ ਲੋਕਾਂ ਦੀ ਭਾਗੀਦਾਰੀ ਨੂੰ। ਤਾਂ ਉੱਥੇ ਵਰਡ ਪ੍ਰਮੋਟ ਆਇਆ ਸੀ। ਤਾਂ ਪ੍ਰਮੋਟ ਕਰਨ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਨੂੰ ਐਨਕਰੇਜ ਕਰਦੇ ਹਾਂ, ਉਸਨੂੰ ਉਤਸ਼ਾਹਿਤ ਕਰਦੇ ਹਾਂ, ਉਸਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਸਹਾਇਤਾ ਕਰਦੇ ਹਾਂ। ਅਤੇ ਜੇਕਰ ਅਸੀਂ ਉਸ ਨੂੰ ਗਿਰਾਵਟ ਵੱਲ ਲੈ ਕੇ ਜਾਈਏ ਤਾਂ ਉਸਦਾ ਉਲਟ ਹੋ ਗਿਆ ਡਿਮੋਟ। ਤਾਂ ਇਸ ਦਾ ਐਂਟੋਨਿਮ ਹੋ ਗਿਆ। ਡਿਸਕਰੇਜ ਦਾ ਮਤਲਬ ਹੁੰਦਾ ਜੀ ਕਿਸੇ ਨੂੰ ਨਿਰਉਤਸ਼ਾਹਿਤ ਕਰਨਾ। ਤਾਂ ਇਸ ਦਾ ਉਲਟ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਐਨਕਰੇਜ, ਕਿਸੇ ਨੂੰ ਉਤਸ਼ਾਹਿਤ ਕਰਨਾ। ਤੇ ਇਸ ਦਾ ਸਾਡਾ ਐਂਟੋਨਿਮ ਹੋ ਗਿਆ ਡਿਸਕਰੇਜ ਦਾ। ਫੋਰਗੇਟ ਦਾ ਮਤਲਬ ਭੁੱਲ ਜਾਣਾ, ਬੜਾ ਸਿੰਪਲ ਹੈ ਜੀ। ਰਿਮੈਂਬਰ ਦਾ ਮਤਲਬ ਯਾਦ ਕਰਨਾ। ਤਾਂ ਇਹ ਸਾਡਾ ਐਂਟੋਨਿਮ ਹੋ ਗਿਆ ਫੋਰਗੇਟ ਦਾ। ਡਿਸਟਰਕਸ਼ਨ ਤਬਾਹੀ ਕਰਨਾ, ਤੇ ਇਸ ਦਾ ਕੰਸਟਰਕਸ਼ਨ ਬਣੇਗਾ ਜੀ ਕੋਈ ਚੀਜ਼ ਦੀ ਉਸਾਰੀ ਕਰਨਾ। ਤਾਂ ਇਹ ਸਾਡੇ ਬੱਚਿਓ ਸਾਰੇ
वर्ड्स दे एंटोनिम हो गए। स्टूडेंट्स इसे चैप्टर ਦੀ ਸੈਕਿੰਡ ਵੋਕੈਬਲਰੀ ਪ੍ਰੈਕਟਿਸ ਦੀ ਐਕਸਰਸਾਈਜ਼ ਕਰਦੇ ਹਾਂ। ਇਹ ਵੀ ਕੁਝ ਪਹਿਲਾਂ ਦੀ ਤਰ੍ਹਾਂ ਹੀ ਹੈ। ਇਸ ਦੇ ਵਿੱਚ ਵੀ ਸਾਨੇ ਐਂਟੋਨਿਮਸ ਬਣਾਉਣੇ ਨੇ, ਕੁਝ ਸਾਨੂੰ ਵਰਡਸ ਦਿੱਤੇ ਹੋਏ ਨੇ, ਇਹਨਾਂ ਦੇ ਐਂਟੋਨਿਮ ਸਾਨੇ ਬਣਾਉਣੇ ਨੇ, ਉਲਟ ਸ਼ਬਦ ਬਣਾਉਣੇ ਨੇ, ਵਿਰੋਧੀ ਸ਼ਬਦ। ਲੇਕਿਨ ਇੱਕ ਕੰਡੀਸ਼ਨ ਹੈ, ਉਹ ਕੰਡੀਸ਼ਨ ਕੀ ਹੈ ਕਿ ਯੂਜ਼ ਆ ਪ੍ਰੀਫਿਕਸ, ਕਿ ਸਾਨੇ ਇੱਕ ਪ੍ਰੀਫਿਕਸ ਯੂਜ਼ ਕਰਨਾ ਹੈ। ਤਾਂ ਬੱਚਿਓ ਪ੍ਰੀਫਿਕਸ ਕਿਸ ਨੂੰ ਕਹਿੰਦੇ ਨੇ? ਪ੍ਰੀਫਿਕਸ ਪੰਜਾਬੀ 'ਚ ਆਪਾਂ ਇਸ ਨੂੰ ਅਗੇਤਰ ਕਹਿੰਦੇ ਹਾਂ। ਅਗੇਤਰ ਕੁਛ ਉਹ ਸ਼ਬਦ ਹੁੰਦੇ ਨੇ ਜਾਂ ਕੁਛ ਕਰੈਕਟਰਸ ਹੁੰਦੇ ਨੇ ਜੋ ਕਿਸੇ ਵਰਡ ਦੇ ਅੱਗੇ, ਕਿਸੇ ਸ਼ਬਦ ਦੇ ਅੱਗੇ ਲੱਗਦੇ ਨੇ, ਤਾਂ ਉਹਨਾਂ ਨੂੰ ਅਸੀਂ ਅਗੇਤਰ ਕਹਿੰਦੇ ਹਾਂ। ਇਸੇ ਤਰ੍ਹਾਂ ਪਿਛੇਤਰ ਵੀ ਹੁੰਦੇ ਨੇ, ਸਫਿਕਸ। ਲੇਕਿਨ ਕੰਡੀਸ਼ਨ ਸਾਡੀ ਪ੍ਰੀਫਿਕਸ ਦੀ ਹੈ ਕਿ ਸਾਨੇ ਪ੍ਰੀਫਿਕਸ ਲਗਾ ਕੇ ਇਹ ਸਾਰੇ ਵਰਡ ਜਿਹੜੇ 5 ਵਰਡਸ ਹੈ ਸਾਡੇ ਕੋਲੇ, ਇਹਨਾਂ ਦੇ ਸਾਨੇ ਐਂਟੋਨਿਮਸ ਬਣਾਉਣੇ ਨੇ। ਤਾਂ ਚਲੋ ਅਸੀਂ ਸੋਲਵ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਹੁੰਦਾ ਵਰਡ ਹੈ ਜੀ ਸਾਡਾ ਜਸਟਿਸ। ਜਸਟਿਸ ਦਾ ਮਤਲਬ ਹੁੰਦਾ ਹੈ ਨਿਆਂ, ਨਾਊਨ ਹੈ ਜੀ ਇਹ। ਤਾਂ ਹੁਣ ਸਾਨੇ ਪ੍ਰੀਫਿਕਸ ਲਾ ਕੇ ਇਸ ਦੇ ਅੱਗੇ ਇਸ ਦਾ ਐਂਟੋਨਿਮ ਬਣਾਉਣਾ ਹੈ। ਤਾਂ ਜਸਟਿਸ ਦਾ ਉਲਟ ਹੁੰਦਾ ਬੱਚਿਓ ਇਨਜਸਟਿਸ। ਤਾਂ ਅਸੀਂ ਇੱਥੇ ਲਿਖ ਦਿੰਦੇ ਹਾਂ ਇਨਜਸਟਿਸ। ਤਾਂ ਇਸ ਦੇ ਵਿੱਚ ਪ੍ਰੀਫਿਕਸ ਕਿਹੜਾ ਲੱਗਿਆ? ਇਸ ਦੇ ਵਿੱਚ ਪ੍ਰੀਫਿਕਸ ਲੱਗਿਆ ਆਈ ਐਨ ਇਨ। ਤਾਂ ਇਨ ਵਰਡ ਲਾ ਕੇ ਇਹ ਸਾਡਾ ਐਂਟੋਨਿਮ ਬਣ ਗਿਆ ਇਨਜਸਟਿਸ। ਇਨਜਸਟਿਸ ਦਾ ਮਤਲਬ ਨਿਆਂ ਨਾ ਹੋਣਾ, ਉਸ ਨੂੰ ਕਹਿੰਦੇ ਨੇ ਅਨਿਆਈ। ਪਲੈਜ਼ੈਂਟ ਦਾ ਮਤਲਬ ਹੁੰਦਾ ਹੈ ਵਧੀਆ। ਕਈ ਵਾਰੀ ਕਹਿ ਦਿੰਦੇ ਆ ਕਿੰਨਾ ਪਲੈਜ਼ੈਂਟ ਵੈਦਰ ਹੈ ਅੱਜ, ਵਧੀਆ ਨੂੰ ਕਹਿ ਦਿੰਦੇ ਨੇ। ਤਾਂ ਇਸ ਦਾ ਪ੍ਰੀਫਿਕਸ ਲਾ ਕੇ ਇਸ ਦਾ ਐਂਟੋਨਿਮ ਕਿਹੜਾ ਬਣੇਗਾ? ਅਸੀਂ ਹੁਣ ਪ੍ਰੀਫਿਕਸ ਲਾਵਾਂਗੇ ਯੂ ਐਨ ਅਨਪਲੈਜ਼ੈਂਟ। ਤਾਂ ਇੱਥੇ ਮੈਂ ਲਿਖ ਦਿੰਦਾ ਅਨਪਲੈਜ਼ੈਂਟ। ਤਾਂ ਇਹ ਵਰਡ ਹੋ ਗਿਆ ਜੀ, ਇਹ ਪਲੈਜ਼ੈਂਟ ਦਾ ਹੋ ਗਿਆ, ਅਨਪਲੈਜ਼ੈਂਟ। ਉਸ ਤੋਂ ਬਾਅਦ ਤੀਸਰਾ ਵਰਡ ਹੈ ਜੀ ਡਿਗਨੀਫਾਈਡ। ਡਿਗਨੀਫਾਈਡ ਦਾ ਮਤਲਬ ਹੁੰਦਾ ਹੈ ਅਜਿਹੀ ਚੀਜ਼ ਜਿਸ ਦੇ ਬਾਰੇ ਸਾਡੇ ਮਨ ਦੇ ਵਿੱਚ ਆਦਰ ਹੋਵੇ। ਡਿਗਨੀਫਾਈਡ ਉਹਨੂੰ ਕਹਿੰਦੇ ਹਾਂ ਅਸੀਂ। ਤਾਂ ਇਸ ਦਾ ਉਲਟ ਬਣਦਾ ਬੱਚਿਓ ਅਨਡਿਗਨੀਫਾਈਡ। ਜਿਵੇਂ ਅਸੀਂ ਪਲੈਜ਼ੈਂਟ ਦੇ ਅੱਗੇ ਯੂ ਐਨ ਲਗਾਇਆ, ਬਿਲਕੁਲ ਸੇਮ ਇਸੇ ਤਰ੍ਹਾਂ ਡਿਗਨੀਫਾਈਡ ਦੇ ਅੱਗੇ ਵੀ ਅਸੀਂ ਅਨਡਿਗਨੀਫਾਈਡ ਲਗਾਵਾਂਗੇ। ਯੂ ਐਨ ਲਗਾ ਕੇ ਸਾਡਾ ਬਣ ਜਾਏਗਾ, ਇਸ ਦਾ ਐਂਟੋਨਿਮ ਬਣ ਜਾਏਗਾ ਡਿਗਨੀਫਾਈਡ ਦਾ ਅਨਡਿਗਨੀਫਾਈਡ। ਕਨਵੀਨੀਅੰਸ। ਕਨਵੀਨੀਅੰਸ ਸ਼ਬਦ ਹੁੰਦਾ ਬੱਚਿਓ, ਇਸਦਾ ਮਤਲਬ ਹੁੰਦਾ ਸਹੂਲਤ। ਸਾਨੂੰ ਆਪਾਂ ਕਹਿੰਦੇ ਹਾਂ ਵੀ ਆਹ ਸਾਨੂੰ ਇਹ ਕਨਵੀਨੀਅੰਟ ਹੈ ਚੀਜ਼, ਕਨਵੀਨੀਅੰਸ ਹੈ ਨਾ। ਤਾਂ ਸਹੂਲਤ ਨੂੰ ਕਹਿ ਦਿੰਦੇ ਹਾਂ ਕਨਵੀਨੀਅੰਸ। ਜੋ ਸਹੂਲਤ ਨਾ ਹੋਵੇ ਉਸਦਾ ਉਲਟ, ਉਸਦਾ ਵਰਡ ਹੁੰਦਾ ਹੈ ਜੀ ਇਨਕਨਵੀਨੀਅੰਸ। ਤਾਂ ਇੱਥੇ ਇਨਜਸਟਿਸ ਵਾਂਗੂ ਜਿਵੇਂ ਅਸੀਂ ਜਸਟਿਸ ਦੇ ਅੱਗੇ ਬੱਚਿਓ ਇਨ ਲਗਾਇਆ, ਤਾਂ ਕਨਵੀਨੀਅੰਸ ਦੇ ਅੱਗੇ ਵੀ ਅਸੀਂ ਇਨ ਲਗਾਵਾਂਗੇ। ਤਾਂ ਇਹ ਇਸਦਾ ਪ੍ਰੀਫਿਕਸ ਹੋ ਗਿਆ ਇਨਕਨਵੀਨੀਅੰਸ। ਇਨਕਨਵੀਨੀਅੰਸ ਇਹ ਇਸਦਾ ਵਰਡ ਹੋ ਗਿਆ ਜੀ। ਤਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਇਹ ਸਾਰੇ ਚਾਰੇ ਐਂਟੋਨਿਮਸ ਬਣ ਗਏ ਪ੍ਰੀਫਿਕਸ ਲਗਾ ਕੇ। ਲਾਸਟ ਹੈ ਜੀ ਸਾਡਾ ਪੋਲਾਈਟ। ਪੋਲਾਈਟ ਦਾ ਮਤਲਬ ਹੁੰਦਾ ਨਿਮਰ। ਜੋ ਇਨਸਾਨ ਬੜਾ ਨਿਮਰ ਹੋਵੇ ਉਸ ਨੂੰ ਅਸੀਂ ਪੋਲਾਈਟ ਕਹਿੰਦੇ ਹਾਂ। ਲੇਕਿਨ ਇਸ ਦਾ ਉਲਟ ਹੁੰਦਾ ਜੀ ਇੰਪੋਲਾਈਟ। ਇੱਥੇ ਲਿਖ ਦਿੰਦਾ ਜੀ ਮੈਂ ਇੰਪੋਲਾਈਟ। ਤਾਂ ਇੱਥੇ ਅਸੀਂ ਕਿਹੜਾ ਪ੍ਰੀਫਿਕਸ ਲਗਾਇਆ? ਆਈ ਐਮ ਇਮ। ਤਾਂ ਇੱਥੇ ਆਈ ਐਮ ਲੱਗਿਆ ਜੀ, ਆਈ ਐਮ ਪ੍ਰੀਫਿਕਸ ਲਗਾ ਕੇ ਇੰਪੋਲਾਈਟ ਬਣ ਗਿਆ। ਕਈਆਂ ਦੇ ਵਿੱਚ ਇਨ ਲੱਗਿਆ, ਦੇਖੋ ਇੱਥੇ ਯੂ ਐਨ ਅਨ ਲੱਗਿਆ, ਇੱਥੇ ਯੂ ਐਨ ਅਨ ਲੱਗਿਆ, ਤੇ ਪਹਿਲੇ 'ਚ ਆਈ ਐਨ ਇਨ ਲੱਗਿਆ। ਤਾਂ ਅਸੀਂ ਕੰਡੀਸ਼ਨ ਪੂਰੀ ਕਰਤੀ। ਇਹਨਾਂ ਵਰਡਸ ਦੇ ਅੱਗੇ ਪ੍ਰੀਫਿਕਸ ਲਗਾ ਕੇ ਅਸੀਂ ਉਹਨਾਂ ਦੇ ਐਂਟੋਨਿਮਸ ਬਣਾਤੇ। ਉਮੀਦ ਹੈ ਕਿ ਤੁਹਾਨੂੰ ਬੱਚਿਓ ਐਕਸਰਸਾਈਜ਼ ਕਲੀਅਰ ਹੋ ਗਈ ਹੋਵੇਗੀ। ਸਟੂਡੈਂਟਸ ਹੁਣ ਅਸੀਂ ਆਪਣੀ ਗ੍ਰਾਮਰ ਐਕਸਰਸਾਈਜ਼ ਵਾਲੇ ਪੋਰਸ਼ਨ ਵੱਲ ਵਧਦੇ ਹਾਂ। ਉਸ ਦੀ ਪਹਿਲੀ ਐਕਸਰਸਾਈਜ਼ ਹੈ ਕਿ ਫਿਲ ਇਨ ਦਾ ਬਲੈਂਕਸ ਵਿਦ ਦਾ ਸੁਟੇਬਲ ਪ੍ਰੈਪੋਜੀਸ਼ਨਸ। ਤਾਂ ਸਾਡੇ ਕੋਲੇ 5 ਸੈਂਟੈਂਸਿਸ ਨੇ, ਉਹਨਾਂ ਦੇ ਵਿੱਚ ਕੁਝ ਖਾਲੀ ਥਾਵਾਂ ਨੇ। ਉਸ ਖਾਲੀ ਥਾਵਾਂ ਦੇ ਵਿੱਚ ਅਸੀਂ ਪ੍ਰੈਪੋਜੀਸ਼ਨਸ ਭਰਨੀਆਂ ਨੇ। ਪ੍ਰੈਪੋਜੀਸ਼ਨਸ ਬੱਚਿਓ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਐਕਸਰਸਾਈਜ਼ ਕਰਾਉਂਦੇ ਹੋਏ ਦੱਸਿਆ ਸੀ ਕਿ ਇਹ ਸੰਬੰਧਕ ਹੁੰਦੇ ਨੇ। ਪੰਜਾਬੀ 'ਚ ਆਪਾਂ ਇਹਨਾਂ ਨੂੰ ਸੰਬੰਧਕ ਕਹਿੰਦੇ ਹਾਂ। ਤਾਂ ਵਾਕ ਦੇ ਵਿੱਚ ਇਹ ਆਉਂਦੇ ਨੇ ਅਤੇ ਇਹ ਕੀ ਕੰਮ ਕਰਦੇ ਨੇ ਕਿ ਸੈਂਟੈਂਸ ਦੇ ਵਿੱਚ ਜੋ ਨਾਊਨਸ ਜਾਂ ਪ੍ਰਨਾਊਨਸ ਆਉਂਦੇ ਨੇ ਉਹਨਾਂ ਦੇ ਆਪਸ ਦੇ ਵਿੱਚ ਇਹ ਸੰਬੰਧ ਸਥਾਪਿਤ ਕਰਦੇ ਨੇ। ਤਾਂ ਪ੍ਰੈਪੋਜੀਸ਼ਨਸ ਦਾ ਕੰਮ ਸਿੰਪਲ ਸੰਬੰਧ ਸਥਾਪਿਤ ਕਰਨਾ ਹੁੰਦਾ ਹੈ ਵਾਕ ਵਿੱਚ, ਆਏ ਨਾਵਾਂ ਜਾਂ ਪੜਨਾਵਾਂ ਦੇ ਨਾਲ, ਨਾਊਨਸ ਜਾਂ ਪ੍ਰਨਾਊਨਸ ਦੇ ਨਾਲ। ਤਾਂ ਪਹਿਲੀ ਅਸੀਂ ਐਗਜ਼ਾਮਪਲ ਕਰਦੇ ਹਾਂ। ਇਹ ਕਹਿੰਦੇ ਆ ਜੀ ਕਿ ਮੇਜਰ ਸੋਮਨਾਥ ਸ਼ਰਮਾ ਵਾਜ਼ ਓਨਰਡ ਡੈਸ਼ ਦਾ ਪਰਮਵੀਰ ਚੱਕਰ। ਓਨਰਡ ਦਾ ਮਤਲਬ ਹੁੰਦਾ ਬੱਚਿਓ ਮਾਣ ਸਤਿਕਾਰ ਕਰਨਾ। ਤਾਂ ਇੱਥੇ ਇਹ ਕਿਹਾ ਗਿਆ ਕਿ ਮੇਜਰ ਸੋਮਨਾਥ ਸ਼ਰਮਾ ਦਾ ਮਾਣ ਸਤਿਕਾਰ ਕੀਤਾ ਗਿਆ ਕਿਸ ਦੇ ਨਾਲ? ਪਰਮਵੀਰ ਚੱਕਰ ਦੇ ਨਾਲ। ਤਾਂ ਇੱਥੇ ਹੁਣ ਓਨਰਡ ਦੇ ਨਾਲ ਅਸੀਂ ਪ੍ਰੈਪੋਜੀਸ਼ਨ ਲਗਾਵਾਂਗੇ ਵਿਦ। ਤਾਂ ਹੁਣ ਇਹ ਵਿਦ ਪ੍ਰੈਪੋਜੀਸ਼ਨ ਨੇ ਆ ਕੇ ਕੀ ਕੀਤਾ? ਮੇਜਰ ਸੋਮਨਾਥ ਸ਼ਰਮਾ, ਇਹ ਵੀ ਇੱਕ ਨਾਊਨ ਹੈ, ਇਸ ਦਾ ਸੰਬੰਧ ਕਿਹਦੇ ਨਾਲ ਸਥਾਪਿਤ ਕਰਤਾ? ਪਰਮਵੀਰ ਚੱਕਰ ਦੇ ਨਾਲ, ਕਿ ਮੇਜਰ ਸੋਮਨਾਥ ਸ਼ਰਮਾ ਨੂੰ ਪਰਮਵੀਰ ਚੱਕਰ ਦੇ ਕੇ ਸਨਮਾਨ ਕੀਤਾ ਗਿਆ। ਤਾਂ ਇਸ ਤਰ੍ਹਾਂ
ਇਹ ਵਾਕ ਦੇ ਵਿੱਚ ਆਉਂਦੇ ਨੇ ਬੱਚਿਓ, ਸੈਂਟੈਂਸ ਦੇ ਵਿੱਚ ਆਉਂਦੇ ਨੇ ਵਰਡਸ, ਤੇ ਇਹ ਵਾਕ ਦੇ ਬਾਕੀ ਵਰਡਸ ਦਾ ਆਪਸ 'ਚ ਇਹ ਸੰਬੰਧ ਸਥਾਪਿਤ ਕਰਦੇ ਨੇ। ਤਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ, ਇੱਥੇ ਵਿਦ ਲੱਗੇਗਾ। ਸੈਕਿੰਡ, ਟਰਸਟ ਡੈਸ਼ ਗੋਡ ਐਂਡ ਡੂ ਵਟ ਇਜ਼ ਰਾਈਟ। ਕਹਿੰਦੇ ਪਰਮਾਤਮਾ ਵਿੱਚ ਵਿਸ਼ਵਾਸ ਰੱਖੋ ਅਤੇ ਜੋ ਸਹੀ ਹੈ ਉਹ ਕਰੋ। ਤਾਂ ਟਰਸਟ ਇਨ ਗੋਡ, ਤਾਂ ਇੱਥੇ ਇਨ ਪ੍ਰੈਪੋਜੀਸ਼ਨ ਲੱਗ ਗਈ ਜੀ, ਟਰਸਟ ਇਨ ਗੋਡ। ਤੀਸਰੀ ਹੈ ਜੀ, ਆਈ ਵੇਅਰ ਅ ਰਿੰਗ ਡੈਸ਼ ਮਾਈ ਫਿੰਗਰ। ਰਿੰਗ ਦਾ ਮਤਲਬ ਅੰਗੂਠੀ, ਤਾਂ ਮੈਂ ਆਪਣੀ ਫਿੰਗਰ ਦੇ ਵਿੱਚ ਅੰਗੂਠੀ ਪਾਉਂਦਾ ਹਾਂ। ਹੁਣ ਇੱਥੇ ਕਈ ਵਾਰੀ ਬੱਚੇ ਇੱਥੇ ਇਨ ਲਗਾ ਦਿੰਦੇ ਨੇ, ਲੇਕਿਨ ਪ੍ਰੋਪਰ ਇਹਦਾ ਆਨਸਰ ਹੈ ਆਈ ਵੇਅਰ ਅ ਰਿੰਗ ਔਨ ਮਾਈ ਫਿੰਗਰ। ਤਾਂ ਇੱਥੇ ਅਸੀਂ ਔਨ ਪਾਵਾਂਗੇ, ਤਾਂ ਇੱਥੇ ਸਾਡੀ ਜਿਹੜੀ ਪ੍ਰੈਪੋਜੀਸ਼ਨ ਹੈ ਉਹ ਔਨ ਆਏਗੀ। ਫੋਰਥ ਸੈਂਟੈਂਸ ਹੈ, ਵੀ ਬਿਲੀਵ ਡੈਸ਼ ਫਰੀडम ਟੂ ਥਿੰਕ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਕਿਸ ਦੇ ਵਿੱਚ ਵਿਸ਼ਵਾਸ ਕਰਦੇ ਹਾਂ? ਬੋਲਣ ਦੀ ਆਜ਼ਾਦੀ 'ਚ। ਤਾਂ ਪਹਿਲਾਂ ਵੀ ਬੱਚਿਓ ਬਿਲੀਵ ਦੇ ਨਾਲ ਅਸੀਂ ਇਨ ਲਗਾਇਆ, ਇੱਥੇ ਵੀ ਸਾਡਾ ਬਿਲੀਵ ਦੇ ਨਾਲ ਇਨ ਲੱਗੇਗਾ। ਵੀ ਬਿਲੀਵ ਇਨ ਫਰੀडम ਟੂ ਥਿੰਕ, ਇੱਥੇ ਪ੍ਰੈਪੋਜੀਸ਼ਨ ਇਨ ਆ ਗਈ। ਲਾਸਟ ਸਾਡਾ ਸੈਂਟੈਂਸ ਹੈ, ਅ ਮੈਨ ਬਿਕਮਸ ਅ ਜੈਂਟਲਮੈਨ ਓਨਲੀ ਡੈਸ਼ ਓਵਰਕਮਿੰਗ ਹਿਜ਼ ਵੀਕਨੈਸ। ਕਹਿੰਦੇ ਇੱਕ ਇਨਸਾਨ ਇੱਕ ਜੈਂਟਲਮੈਨ ਜਾਂ ਵਧੀਆ ਇਨਸਾਨ ਉਦੋਂ ਬਣ ਸਕਦਾ ਹੈ ਜਦੋਂ ਉਹ ਆਪਣੀਆਂ ਵੀਕਨੈਸ, ਕਮੀਆਂ ਦੇ ਉੱਪਰ ਉਹ ਕਾਬੂ ਪਾ ਲੇ, ਓਵਰਕਮਿੰਗ, ਉਸ ਨੂੰ ਉਹ ਕੰਟਰੋਲ 'ਚ ਕਰ ਲੇ, ਉਸ ਦੇ ਉੱਪਰ ਜਿੱਤ ਪ੍ਰਾਪਤ ਕਰ ਲੇ। ਤਾਂ ਅਸੀਂ ਇੱਥੇ ਬਾਏ ਲਗਾਵਾਂਗੇ ਜੀ, ਓਨਲੀ ਬਾਏ ਓਵਰਕਮਿੰਗ ਹਿਜ਼ ਵੀਕਨੈਸ। ਅ ਮੈਨ ਬਿਕਮਸ ਅ ਜੈਂਟਲਮੈਨ ਓਨਲੀ ਬਾਏ ਓਵਰਕਮਿੰਗ ਹਿਜ਼ ਵੀਕਨੈਸ। ਤਾਂ ਇਹ ਸਾਡੇ ਆਨਸਰ ਹੋ ਗਏ। ਇਸ ਤਰੀਕੇ ਨਾਲ ਸਾਡੀ ਇਹ ਐਕਸਰਸਾਈਜ਼ ਕੰਪਲੀਟ ਹੁੰਦੀ ਹੈ। ਸਟੂਡੈਂਟਸ, ਗ੍ਰਾਮਰ ਪਾਰਟ ਦੀ ਅਸੀਂ ਇੱਕ ਹੋਰ ਐਕਸਰਸਾਈਜ਼, ਥਰਡ ਐਕਸਰਸਾਈਜ਼ ਕਰਨ ਜਾ ਰਹੇ ਹਾਂ, ਅਤੇ ਇਸ ਦੇ ਵਿੱਚ ਤੁਹਾਨੂੰ ਟੋਟਲ 5 ਵਰਡਸ ਦਿੱਤੇ ਹੋਏ ਨੇ। ਇਹ ਜਿਹੜੇ 5 ਵਰਡਸ ਨੇ ਇਹ ਤੁਹਾਡੇ ਚੈਪਟਰ ਦੇ ਵਿੱਚੋਂ ਹੀ ਆਏ ਨੇ, ਬਟ ਅਸੀਂ ਇਹਨਾਂ ਵਰਡਸ ਨੂੰ ਅਸੀਂ ਨਾਊਨ ਅਤੇ ਐਡਜੈਕਟਿਵ ਯੂਜ਼ ਕਰਦੇ ਹੋਏ ਅਸੀਂ ਇਹਨਾਂ ਦੇ ਸੈਂਟੈਂਸਿਸ ਬਣਾਉਣੇ ਆ। ਤਾਂ ਸਾਨੂੰ ਪਹਿਲਾਂ ਬੱਚਿਓ ਪਤਾ ਹੋਣਾ ਚਾਹੀਦਾ ਹੈ, ਬੇਸਿਕ ਜੀਆਂ ਗੱਲਾਂ ਨੇ, ਅਸੀਂ ਛੋਟੀਆਂ ਕਲਾਸਾਂ ਤੋਂ ਹੀ ਸਿੱਖਦੇ ਆ ਰਹੇ ਹਾਂ ਕਿ ਨਾਊਨ ਕੀ ਹੁੰਦਾ। ਤਾਂ ਨਾਊਨ ਦਾ ਮਤਲਬ ਬੱਚੇ ਹੁੰਦਾ ਹੈ ਕਿ ਉਹ ਕੋਈ ਵੀ ਚੀਜ਼ ਜਿਸ ਨੂੰ ਅਸੀਂ ਛੂਹ ਸਕੀਏ ਜਾਂ ਮਹਿਸੂਸ ਕਰ ਸਕੀਏ, ਉਸ ਨੂੰ ਅਸੀਂ ਨਾਊਨ ਕਹਿੰਦੇ ਹਾਂ। ਐਡਜੈਕਟਿਵਸ ਹੁੰਦੇ ਆ ਬੱਚਿਓ ਉਹ ਸ਼ਬਦ ਜੋ ਨਾਊਨ ਜਾਂ ਪ੍ਰਨਾਊਨਸ ਦੀ ਵਿਸ਼ੇਸ਼ਤਾ ਦੱਸਦੇ ਨੇ। ਤਾਂ ਸਿੰਪਲ ਜੀ ਗੱਲ ਹੈ, ਤਾਂ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋ ਅਸੀਂ ਸਿੰਪਲ ਸੈਂਟੈਂਸਿਸ ਬਣਾਵਾਂਗੇ। ਸਭ ਤੋਂ ਪਹਿਲਾਂ ਸਾਡਾ ਵਰਡ ਹੈ ਪਬਲਿਕ। ਪਬਲਿਕ ਜਨਤਾ ਨੂੰ ਕਿਹਾ ਜਾਂਦਾ ਹੈ, ਲੋਕਾਂ ਨੂੰ ਕਿਹਾ ਜਾਂਦਾ ਹੈ। ਤਾਂ ਐਜ਼ ਅ ਨਾਊਨ ਇਸ ਦਾ ਆਪਾਂ ਸੈਂਟੈਂਸ ਬਣਾਉਂਦੇ ਹਾਂ। ਆਪਾਂ ਬਣਾ ਦਿੰਦੇ ਹਾਂ, ਦਾ ਗਾਰਡਨ ਇਜ਼ not open to the public। ਤਾਂ ਬੱਚਿਓ ਜੇਕਰ ਮੈਂ ਤੁਹਾਨੂੰ ਇਹ ਸੈਂਟੈਂਸ ਸਮਝਾਵਾਂ ਤਾਂ ਇਸ ਦੇ ਵਿੱਚ ਜਿਹੜਾ ਪਬਲਿਕ ਸ਼ਬਦ ਆਇਆ ਉਹ ਐਜ਼ ਅ ਨਾਊਨ ਆਇਆ, ਐਜ਼ ਅ ਨਾਮ ਆਇਆ ਕਿ ਜਿਹੜਾ ਗਾਰਡਨ ਹੈ ਇਹ ਲੋਕਾਂ ਦੇ ਲਈ ਓਪਨ ਨਹੀਂ ਹੈ। ਤਾਂ ਇੱਥੇ ਪਬਲਿਕ ਦਾ ਮਤਲਬ ਲੋਕ ਹੋ ਗਏ। ਤਾਂ ਲੋਕ ਤੁਹਾਨੂੰ ਪਤਾ ਹੈ ਜਨਤਾ ਨੂੰ ਕਿਹਾ ਜਾਂਦਾ ਹੈ, ਤਾਂ ਇਹ ਇੱਕ ਨਾਊਨ ਹੋ ਗਿਆ। ਤਾਂ ਐਜ਼ ਅ ਨਾਊਨ ਅਸੀਂ ਇਸ ਨੂੰ ਯੂਜ਼ ਕਰ ਲਿਆ। ਲੇਕਿਨ ਹੁਣ ਦੂਸਰੀ ਕੰਡੀਸ਼ਨ ਹੈ ਸਾਡੀ ਐਡਜੈਕਟਿਵ ਦੀ। ਤਾਂ ਅਸੀਂ ਇਸ ਨੂੰ ਐਜ਼ ਐਨ ਜਦੋਂ ਐਡਜੈਕਟਿਵ ਬਣਾਵਾਂਗੇ ਤਾਂ ਹੁਣ ਇਸ ਸੈਂਟੈਂਸ ਦੇ ਵਿੱਚ ਇਹ ਨਾਊਨ ਦੇ ਤੌਰ ਤੇ ਨਹੀਂ ਆਉਣਾ ਚਾਹੀਦਾ ਸ਼ਬਦ ਪਬਲਿਕ, ਸਗੋਂ ਇੱਕ ਵਿਸ਼ੇਸ਼ਣ ਦੇ ਤੌਰ ਤੇ ਆਉਣਾ ਚਾਹੀਦਾ। ਤਾਂ ਅਸੀਂ ਇਸ ਦਾ ਬਣਾਉਂਦੇ ਹਾਂ ਜੀ, ਦੇਅਰ ਇਜ਼ ਨੋ ਪਬਲਿਕ ਪਾਰਕ ਇਨ ਆਵਰ ਸਿਟੀ। ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਪਬਲਿਕ ਪਾਰਕ ਨਹੀਂ ਹੈ। ਤਾਂ ਜੇ ਤੁਸੀਂ ਇੱਥੇ ਦੇਖਿਓ ਤਾਂ ਪਬਲਿਕ ਦਾ ਮਤਲਬ ਇੱਥੇ ਨਾਊਨ ਦੇ ਤੌਰ ਤੇ ਨਹੀਂ ਹੈ, ਸਗੋਂ ਇਹ ਪਾਰਕ ਦੇ ਅੱਗੇ ਆ ਕੇ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕਿ ਇੱਕ ਅਜਿਹਾ ਪਾਰਕ ਨਹੀਂ ਹੈ ਜਿਸ ਪਾਰਕ ਦੇ ਵਿੱਚ ਜਨਤਾ ਜਾ ਸਕੇ ਜਾਂ ਆਮ ਲੋਕ ਜਾ ਸਕਣ। ਤਾਂ ਇੱਥੇ ਪਬਲਿਕ ਵਰਡ ਪਾਰਕ ਨੂੰ ਮੋਡੀਫਾਈ ਕਰ ਰਿਹਾ ਹੈ, ਪਾਰਕ ਦੇ ਅੱਗੇ ਆ ਕੇ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪਬਲਿਕ ਹੈ ਇੱਥੇ ਇੱਕ ਵਿਸ਼ੇਸ਼ਣ ਦਾ ਕੰਮ ਕਰ ਰਿਹਾ ਪਾਰਕ ਦੇ ਲਈ, ਜਦਕਿ ਉੱਪਰਲੇ ਵਾਲੇ ਸੈਂਟੈਂਸ ਦੇ ਵਿੱਚ ਪਬਲਿਕ ਆਪਣੇ ਆਪ ਦੇ ਵਿੱਚ ਪੂਰਾ ਨਾਊਨ ਸੀ, ਉਹ ਨਾਮ ਦਾ ਕੰਮ ਕਰ ਰਿਹਾ ਸੀ। ਤਾਂ ਉਮੀਦ ਹੈ ਬੱਚਿਓ ਤੁਹਾਨੂੰ ਇਹ ਦੋਨੇ ਸੈਂਟੈਂਸਿਸ ਸਮਝ ਆ ਗਏ ਹੋਣਗੇ ਕਿ ਅਸੀਂ ਕਿਸੇ ਵੀ ਵਰਡ ਦਾ ਐਜ਼ ਅ ਨਾਊਨ ਤੇ ਐਜ਼ ਐਨ ਐਡਜੈਕਟਿਵ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਹੁਣ ਅਸੀਂ ਨੈਕਸਟ ਵਰਡ ਦੇਖਦੇ ਹਾਂ। ਸਟੂਡੈਂਟ, ਸਾਡੇ ਕੋਲੇ ਸੈਕਿੰਡ ਵਰਡ ਹੈ ਰਾਊਂਡ। ਰਾਊਂਡ ਦਾ ਮਤਲਬ ਹੁੰਦਾ ਵੈਸੇ ਆਮ ਭਾਸ਼ਾ 'ਚ ਗੋਲ ਹੈ ਨਾ, ਲੇਕਿਨ ਨਾਊਨ ਤੇ ਐਡਜੈਕਟਿਵ ਦੇ ਤੌਰ ਤੇ ਇਸਦੇ ਮਤਲਬ ਅਲੱਗ-ਅਲੱਗ ਹੁੰਦੇ ਬੱਚੇ। ਸਭ ਤੋਂ ਪਹਿਲਾਂ ਅਸੀਂ ਐਜ਼ ਅ ਨਾਊਨ ਦੇਖਦੇ ਹਾਂ ਇਸ ਦਾ ਅਸੀਂ ਕੀ ਬਣਾ ਸਕਦੇ ਹਾਂ ਰਾਊਂਡ ਦਾ। ਲੈਟ ਅਸ ਹੈਵ ਅ ਰਾਊਂਡ ਆਫ ਕਾਰਡਸ।
ਤਾਂ ਜੇ ਤੁਸੀਂ ਬੱਚਿਓ ਇੱਥੇ ਇਸ ਦੀ ਪੰਜਾਬੀ ਕਰੋ ਤਾਂ ਇਸ ਦਾ ਮਤਲਬ ਇਹ ਆਏਗਾ ਕਿ ਚਲੋ ਆਪਾਂ ਇੱਕ ਤਾਸ਼ ਦੀ ਬਾਜ਼ੀ ਹੋਰ ਖੇਡੀਏ। ਤਾਂ ਇੱਥੇ ਗੋਲ ਵਾਲੀ ਕੋਈ ਗੱਲ ਨਹੀਂ ਆਈ। ਇਹਦਾ ਮਤਲਬ ਇਹ ਆਇਆ ਕਿ ਨਾਊਨ ਦੇ ਤੌਰ ਤੇ ਰਾਊਂਡ ਦਾ ਮਤਲਬ ਇੱਥੇ ਇੱਕ ਬਾਜ਼ੀ ਨੂੰ ਕਿਹਾ ਗਿਆ। ਲੈਟ ਅਸ ਹੈਵ ਅ ਰਾਊਂਡ ਆਫ ਕਾਰਡਸ। ਆਪਾਂ ਇੱਕ ਕਾਰਡ, ਤੁਹਾਨੂੰ ਪਤਾ ਬੱਚਿਓ ਤਾਸ਼ ਨੂੰ ਕਿਹਾ ਜਾਂਦਾ, ਆਪਾਂ ਇੱਕ ਤਾਸ਼ ਦੀ ਬਾਜ਼ੀ ਹੋਰ ਖੇਡੀਏ। ਤਾਂ ਇਹ ਹੋ ਗਿਆ ਸਾਡਾ ਇੱਥੇ ਨਾਊਨ ਦੇ ਤੌਰ ਤੇ ਯੂਜ਼ ਹੋ ਗਿਆ ਰਾਊਂਡ ਆਫ ਕਾਰਡਸ। ਤੇ ਐਡਜੈਕਟਿਵ ਦੇ ਤੌਰ ਤੇ ਸਟੂਡੈਂਟਸ ਆਪਾਂ ਇਸ ਦਾ ਸੈਂਟੈਂਸ ਬਣਾਵਾਂਗੇ, ਦ ਅਰਥ ਇਜ਼ ਰਾਊਂਡ। ਧਰਤੀ ਗੋਲ ਹੈ। ਬੜਾ ਸਿੰਪਲ ਜਿਹਾ ਸੈਂਟੈਂਸ ਹੈ। ਅਸੀਂ ਬਹੁਤ ਛੋਟੀਆਂ ਕਲਾਸਾਂ ਤੋਂ ਇਹ ਸੈਂਟੈਂਸ ਸੁਣਦੇ ਵੀ ਆ ਰਹੇ ਹਾਂ, ਲਿਖਦੇ ਵੀ ਆ ਰਹੇ ਹਾਂ। ਹੁਣ ਜੇ ਤੁਸੀਂ ਇੱਥੇ ਦੇਖੋ ਤਾਂ ਇੱਥੇ ਜਿਹੜਾ ਸ਼ਬਦ ਰਾਊਂਡ ਆਇਆ ਹੈ, ਇਹ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਅਰਥ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ। ਤਾਂ ਰਾਊਂਡ ਅਰਥ ਨੂੰ ਮੋਡੀਫਾਈ ਕਰ ਰਿਹਾ ਹੈ। ਰਾਊਂਡ ਇੱਥੇ ਆਪਣੇ ਆਪ ਦੇ ਵਿੱਚ ਨਾਊਨ ਨਹੀਂ ਹੈ, ਸਗੋਂ ਇਹ ਅਰਥ ਨੂੰ ਉਸਦੇ ਅਰਥ ਦੇ ਬਾਰੇ ਦੱਸ ਰਿਹਾ, ਉਸਨੂੰ ਮੋਡੀਫਾਈ ਕਰ ਰਿਹਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਅਸੀਂ ਰਾਊਂਡ ਨੂੰ ਐਜ਼ ਐਨ ਐਡਜੈਕਟਿਵ ਯੂਜ਼ ਕੀਤਾ ਹੈ, ਇੱਥੇ ਅਸੀਂ ਐਜ਼ ਐਨ ਐਡਜੈਕਟਿਵ ਵਿਸ਼ੇਸ਼ਣ ਯੂਜ਼ ਕੀਤਾ ਤੇ ਉੱਪਰ ਵਾਲੇ ਸੈਂਟੈਂਸ ਦੇ ਵਿੱਚ ਰਾਊਂਡ ਨੂੰ ਅਸੀਂ ਐਜ਼ ਅ ਨਾਊਨ ਯੂਜ਼ ਕੀਤਾ। ਸਟੂਡੈਂਟ ਸਾਡਾ ਤੀਸਰਾ ਵਰਡ ਹੈ ਕ੍ਰਾਈਮ। ਕ੍ਰਾਈਮ ਤੁਹਾਨੂੰ ਪਤਾ ਬੱਚਿਓ ਜ਼ੁਰਮ ਨੂੰ ਕਿਹਾ ਜਾਂਦਾ ਹੈ। ਐਜ਼ ਅ ਨਾਊਨ ਅਸੀਂ ਇਹਦਾ ਸੈਂਟੈਂਸ ਬਣਾਉਂਦੇ ਹਾਂ ਕਿ ਇਟਸ ਅ ਕ੍ਰਾਈਮ ਟੂ ਵੇਸਟ ਫੂਡ। ਤਾਂ ਜੇਕਰ ਅਸੀਂ ਇਸ ਸੈਂਟੈਂਸ ਨੂੰ ਪੰਜਾਬੀ ਚ ਅਨੁਵਾਦ ਕਰੀਏ ਤਾਂ ਇਹਦਾ ਮਤਲਬ ਆਉਂਦਾ ਹੈ ਕਿ ਭੋਜਨ ਨੂੰ ਵੇਸਟ ਕਰਨਾ, ਭੋਜਨ ਦੀ ਦੁਰਵਰਤੋਂ ਕਰਨਾ ਇੱਕ ਕ੍ਰਾਈਮ ਹੈ, ਇੱਕ ਜੁਰਮ ਹੈ। ਤਾਂ ਇੱਥੇ ਜਿਹੜਾ ਕ੍ਰਾਈਮ ਸ਼ਬਦ ਹੈ ਬੱਚਿਓ, ਇਹ ਇੱਕ ਨਾਊਨ ਦੇ ਤੌਰ ਤੇ ਯੂਜ਼ ਹੋਇਆ ਹੈ। ਇੱਕ ਜੁਰਮ ਹੈ ਕਿ ਅਸੀਂ ਫੂਡ ਨੂੰ ਵੇਸਟ ਕਰੀਏ, ਭੋਜਨ ਨੂੰ ਵੇਸਟ ਕਰੀਏ। ਲੇਕਿਨ ਜੇਕਰ ਅਸੀਂ ਇਸ ਨੂੰ ਐਜ਼ ਐਨ ਐਡਜੈਕਟਿਵ ਯੂਜ਼ ਕਰੀਏ ਤਾਂ ਫਿਰ ਸਾਡੇ ਸੈਂਟੈਂਸ ਦੇ ਵਿੱਚ ਕ੍ਰਾਈਮ ਇੱਕ ਵਿਸ਼ੇਸ਼ਣ ਦੇ ਤੌਰ ਤੇ ਆਉਣਾ ਚਾਹੀਦਾ ਹੈ। ਤਾਂ ਅਸੀਂ ਬਣਾਵਾਂਗੇ ਕਿ ਹੀ ਇਜ਼ ਅ ਕ੍ਰਾਈਮ ਰਿਪੋਰਟਰ। ਉਹ ਇੱਕ ਕ੍ਰਾਈਮ ਰਿਪੋਰਟਰ ਹੈ। ਕ੍ਰਾਈਮ ਰਿਪੋਰਟਰ ਦਾ ਮਤਲਬ ਬੱਚਿਓ ਕਿ ਉਹ ਅਜਿਹੀਆਂ ਖਬਰਾਂ ਦਿੰਦਾ ਜੋ ਕਿ ਜੁਰਮ ਨਾਲ ਜੁੜੀਆਂ ਹੁੰਦੀਆਂ। ਕਿਸੇ ਨਿਊਜ਼ਪੇਪਰ 'ਚ ਕੰਮ ਕਰਦਾ ਹੋਏਗਾ ਤਾਂ ਹੀ ਇਜ਼ ਅ ਕ੍ਰਾਈਮ ਰਿਪੋਰਟਰ। ਤਾਂ ਇੱਥੇ ਹੁਣ ਤੁਸੀਂ ਦੇਖੋ ਜਿਹੜਾ ਕ੍ਰਾਈਮ ਸ਼ਬਦ ਹੈ ਇਹ ਰਿਪੋਰਟਰ ਨੂੰ ਮੋਡੀਫਾਈ ਕਰ ਰਿਹਾ ਹੈ। ਤਾਂ ਰਿਪੋਰਟਰ ਦੇ ਅੱਗੇ ਆ ਗਿਆ ਕ੍ਰਾਈਮ, ਤਾਂ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਉਹ ਇੱਕ ਰਿਪੋਰਟਰ ਤਾਂ ਹੈ ਲੇਕਿਨ ਉਹ ਰਿਪੋਰਟਰ ਕ੍ਰਾਈਮ ਰਿਪੋਰਟਰ ਹੈ, ਮਤਲਬ ਕਿ ਉਹ ਜੁਰਮ ਵਾਲੀਆਂ ਖਬਰਾਂ ਦਿੰਦਾ ਹੈ। ਤਾਂ ਇੱਥੇ ਜਿਹੜਾ ਕ੍ਰਾਈਮ ਸ਼ਬਦ ਹੋ ਗਿਆ ਇਹ ਐਜ਼ ਐਨ ਐਡਜੈਕਟਿਵ ਯੂਜ਼ ਹੋ ਗਿਆ, ਲੇਕਿਨ ਉੱਪਰ ਕ੍ਰਾਈਮ ਇੱਕ ਆਪਣੇ ਆਪ 'ਚ ਫੁੱਲ ਨਾਊਨ ਹੈ, ਇੱਕ ਨਾਊਨ ਦੇ ਤੌਰ ਤੇ ਯੂਜ਼ ਹੋ ਗਿਆ। ਸਟੂਡੈਂਟਸ ਨੈਕਸਟ ਵਰਡ ਹੈ ਸਾਡਾ ਬੈਕ। ਤਾਂ ਪਹਿਲਾਂ ਅਸੀਂ ਐਜ਼ ਅ ਨਾਊਨ ਇਸ ਦਾ ਸੈਂਟੈਂਸ ਬਣਾਉਂਦੇ ਹਾਂ ਕਿ ਮਾਈ ਬੈਕ ਇਜ਼ ਪੇਨਿੰਗ। ਤਾਂ ਬੜਾ ਸਿੰਪਲ ਜਿਹਾ ਅਸੀਂ ਸੈਂਟੈਂਸ ਬਣਾਇਆ ਕਿ ਜਿਹੜੀ ਮੇਰੀ ਪਿੱਠ ਹੈ ਉਹ ਦਰਦ ਕਰ ਰਹੀ ਹੈ। ਹੁਣ ਇੱਥੇ ਬੈਕ ਦਾ ਮਤਲਬ ਪਿੱਛੇ ਨਹੀਂ ਹੈ। ਮਾਈ ਬੈਕ, ਬੈਕ ਦਾ ਮਤਲਬ ਸਾਡੇ ਸਰੀਰ ਦਾ ਕੋਈ ਅੰਗ ਹੈ ਜਿਸ ਨੂੰ ਅਸੀਂ ਪਿੱਠ ਕਹਿੰਦੇ ਹਾਂ। ਤਾਂ ਇੱਥੇ ਇਹ ਨਾਊਨ ਦੇ ਤੌਰ ਤੇ ਯੂਜ਼ ਹੋ ਗਿਆ, ਤਾਂ ਮਾਈ ਬੈਕ ਇਜ਼ ਪੇਨਿੰਗ। ਲੇਕਿਨ ਐਡਜੈਕਟਿਵ ਦੇ ਤੌਰ ਤੇ ਜਦੋਂ ਅਸੀਂ ਇਸ ਦਾ ਸੈਂਟੈਂਸ ਬਣਾਵਾਂਗੇ ਤਾਂ ਉਹ ਇਸ ਤਰ੍ਹਾਂ ਹੋਏਗਾ ਕਿ ਸ਼ੀ ਇਜ਼ ਸਟੈਂਡਿੰਗ ਐਟ ਦਾ ਬੈਕ ਡੋਰ। ਕਿ ਉਹ ਪਿਛਲੇ ਦਰਵਾਜ਼ੇ ਤੇ ਖੜੀ ਹੈ। ਸ਼ੀ ਸਟੈਂਡਿੰਗ, ਉਹ ਖੜੀ ਹੈ ਐਟ ਦਾ ਬੈਕ ਡੋਰ, ਪਿਛਲੇ ਦਰਵਾਜ਼ੇ ਤੇ। ਹੁਣ ਤੁਸੀਂ ਦੇਖੋ ਜਿਹੜਾ ਬੈਕ ਸ਼ਬਦ ਹੈ ਡੋਰ ਦੇ ਅੱਗੇ ਆ ਗਿਆ। ਬਿਲਕੁਲ ਇਸਨੇ ਡੋਰ ਦੀ ਵਿਸ਼ੇਸ਼ਤਾ ਦੱਸਦੀ ਕਿ ਆਪਾਂ ਕਿਸੇ ਡੋਰ ਦੀ ਗੱਲ ਕਰ ਰਹੇ ਹਾਂ, ਲੇਕਿਨ ਉਹ ਡੋਰ ਬੈਕ ਡੋਰ ਹੈ, ਫਰੰਟ ਡੋਰ ਨਹੀਂ ਹੈ। ਤਾਂ ਬੈਕ ਸ਼ਬਦ ਨੇ ਡੋਰ ਦੀ ਵਿਸ਼ੇਸ਼ਤਾ ਦੱਸਦੀ, ਤਾਂ ਇੱਥੇ ਇਹ ਬੈਕ ਵਰਡ ਅਸੀਂ ਐਜ਼ ਐਨ ਐਡਜੈਕਟਿਵ ਯੂਜ਼ ਕਰ ਲਿਆ, ਲੇਕਿਨ ਉੱਪਰ ਵਾਲੇ ਸੈਂਟੈਂਸ ਦੇ ਵਿੱਚ ਅਸੀਂ ਜਿਹੜਾ ਬੈਕ ਸ਼ਬਦ ਹੈ ਉਹ ਐਜ਼ ਅ ਨਾਊਨ ਯੂਜ਼ ਕੀਤਾ ਹੈ। ਸਟੂਡੈਂਟ ਸਾਡਾ ਲਾਸਟ ਵਰਡ ਹੈ ਫਿਊਚਰ। ਫਿਊਚਰ ਦਾ ਮਤਲਬ ਤੁਸੀਂ ਸਾਰੇ ਭਵਿੱਖ ਤੋਂ ਹੀ ਜਾਣੂ ਹੋ, ਤਾਂ ਐਜ਼ ਅ ਨਾਊਨ ਤਾਂ ਇਸ ਦਾ ਬਣਾਉਣਾ ਸੈਂਟੈਂਸ ਬੜਾ ਈਜ਼ੀ ਹੈ ਕਿ ਦ ਮੂਵੀ ਇਜ਼ ਸੈਟ ਇਨ ਫਿਊਚਰ। ਕਿ ਜਿਹੜੀ ਮੂਵੀ ਹੈ ਇਹ ਭਵਿੱਖ ਦੇ ਵਿੱਚ ਬਣੀ ਹੈ, ਮਤਲਬ ਇਸ ਮੂਵੀ ਦੇ ਵਿੱਚ ਇਹ ਦੱਸਿਆ ਗਿਆ ਕਿ ਭਵਿੱਖ 'ਚ ਕੀ ਹੋਏਗਾ। ਤਾਂ ਇੱਥੇ ਫਿਊਚਰ ਦਾ ਮਤਲਬ ਭਵਿੱਖ ਤੋਂ ਹੀ ਲਿਆ ਗਿਆ ਤੇ ਐਜ਼ ਅ ਨਾਊਨ ਇਹ ਯੂਜ਼ ਹੋਇਆ, ਫੁੱਲ ਫਲੈਸ਼ਡ ਨਾਊਨ ਹੈ ਜੀ ਫਿਊਚਰ ਇੱਥੇ। ਤੇ ਐਜ਼ ਐਨ ਐਡਜੈਕਟਿਵ ਦੇ ਵਿੱਚ ਇਹ ਵਿਸ਼ੇਸ਼ਣ ਦੇ ਤੌਰ ਤੇ ਯੂਜ਼ ਹੋਣਾ ਚਾਹੀਦਾ ਹੈ।
ਤੇ ਆਪਾਂ ਇੱਕ ਕਈ ਵਾਰੀ ਪੁੱਛ ਲੈਂਦੇ ਹਾਂ ਕਿ what is your future plan, ਕਿ ਭਾਈ ਤੇਰੇ ਭਵਿੱਖ ਸੰਬੰਧੀ ਪਲਾਨ ਕੀ ਨੇ। ਵਾਟ ਇਜ਼ ਯੂਰ ਫਿਊਚਰ ਪਲਾਨ, ਤੇਰਾ ਭਵਿੱਖ ਸੰਬੰਧੀ ਪਲਾਨ ਕੀ ਹੈ। ਤਾਂ ਹੁਣ ਤੁਸੀਂ ਇੱਥੇ ਦੇਖੋ ਬੱਚਿਓ, ਜਿਹੜਾ ਫਿਊਚਰ ਹੈ ਇਹ ਪਲਾਨ ਦੇ ਅੱਗੇ ਆਇਆ, ਇਹ ਪਲਾਨ ਨੂੰ ਮੋਡੀਫਾਈ ਕਰ ਰਿਹਾ ਹੈ ਕਿ ਪਲਾਨ ਦੇ ਬਾਰੇ ਪੁੱਛਿਆ ਗਿਆ ਲੇਕਿਨ ਪਾਸਟ ਪਲਾਨ ਦੇ ਬਾਰੇ ਜਾਂ ਪ੍ਰੈਜ਼ੈਂਟ ਪਲਾਨ ਦੇ ਬਾਰੇ ਨਹੀਂ ਪੁੱਛਿਆ ਗਿਆ, ਫਿਊਚਰ ਪਲਾਨ ਦੇ ਬਾਰੇ ਪੁੱਛਿਆ ਗਿਆ ਕਿ ਭਵਿੱਖ 'ਚ ਉਸਦੇ ਪਲਾਨ ਕੀ ਨੇ। ਤਾਂ ਫਿਊਚਰ ਸ਼ਬਦ ਨੇ ਪਲਾਨ ਦੀ ਵਿਸ਼ੇਸ਼ਤਾ ਦੱਸਦੀ ਹੈ ਇੱਥੇ। ਤਾਂ ਇੱਥੇ ਫਿਊਚਰ ਜਿਹੜਾ ਐਜ਼ ਐਨ ਐਡਜੈਕਟਿਵ ਯੂਜ਼ ਹੋਇਆ, ਲੇਕਿਨ ਉੱਪਰ ਵਾਲੇ ਦੇ ਵਿੱਚ ਐਜ਼ ਇਹ ਨਾਊਨ ਯੂਜ਼ ਹੋਇਆ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀ ਐਕਸਰਸਾਈਜ਼ ਸਮਝ ਆ ਗਈ ਹੋਏਗੀ। ਤੇ ਇਸ ਦੇ ਨਾਲ ਹੀ ਸਟੂਡੈਂਟਸ ਸਾਡੇ ਅੱਜ ਦੇ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ਿਸ ਵਿਦ ਸੋਲੂਸ਼ਨਸ ਖਤਮ ਹੁੰਦੇ ਨੇ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤੁਹਾਡੇ ਸਿਲੇਬਸ ਦਾ ਕੋਈ ਹੋਰ ਚੈਪਟਰ ਡਿਸਕਸ ਕਰਾਂਗਾ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਜਾਂ ਕੋਈ ਕੁਐਸਚਨ ਹੈ ਤੁਹਾਡੇ ਮਨ ਦੇ ਵਿੱਚ, ਤਾਂ ਤੁਸੀਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕੁਐਸਚਨ ਪੁੱਛ ਸਕਦੇ ਹੋ। ਧੰਨਵਾਦ।